What's up, you guys? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ. ਸਤਿ ਸ਼੍ਰੀ ਅਕਾਲ ਅਮਨਦੀਪ. ਸਤਿ ਸ਼੍ਰੀ ਅਕਾਲ ਜੀ. How are you doing? ਵਧੀਆ ਜੀ. Good. You ready for this podcast episode? ਹਾਂਜੀ. ਮੈਂ ਕਿਹਾ ਅੱਜ ਅਮਨਦੀਪ ਸ਼ੋਅ ਤੇ ਆਏ ਆ ਤੇ it's been a little bit, I think about 6 months since you last came. A lot has changed in the market. ਕਾਫੀ market ਦੇ ਵਿੱਚ changes ਹੋਇਆ. The last time you came, we had a different president. ਹੁਣ ਨਵਾਂ ਪ੍ਰੈਜ਼ੀਡੈਂਟ ਆ, ਉਹਦੇ ਵਿੱਚ ਵੀ ਥੋੜ੍ਹੀ ਬਹੁਤੀ ਗੱਲ ਕਰਦੇ ਆ what's going on. But what's new, ਅਮਨਦੀਪ? ਪਿਛਲੇ 6 ਮਹੀਨੇ ਦੇ ਵਿੱਚ ਬੈਂਕਿੰਗ ਦੇ ਵਿੱਚ, ਮੋਰਗੇਜ ਦੇ ਵਿੱਚ ਕੀ ਹੋਇਆ? Like what's happened? ਰੇਟਸ ਅੱਗੇ ਨਾਲੋਂ ਥੋੜ੍ਹੇ ਜਿਹੇ ਇੰਪਰੂਵ ਹੋਏ ਆ. ਹਾਂਜੀ. ਅਫੋਰਡੇਬਿਲਿਟੀ ਅੱਗੇ ਨਾਲੋਂ ਥੋੜ੍ਹੀ ਵਧੀ ਆ. Yeah. But at the same time, a lot of movement in our state, especially King County, Pierce County. ਹਾਂਜੀ ਹਾਂਜੀ. From other states, Yeah. ਆਪਣੇ California, East Coast. People are moving in for work. Yeah. ਕੁਛ ਨਵੀਂ jobs ਇੱਥੇ launch ਹੋਈਆਂ. Big companies like Amazon, Microsoft, ਉਹ ਲੋਕਾਂ ਨੂੰ ਵਾਪਸ ਸੱਦ ਰਹੇ ਆ. Yeah, yeah. Back to work Yeah. in person. We got, of course, new president. Yeah. New local governor too. Yeah. How's your, like, this year, ahale saal, January, February, March is going to be finished by the time we put this podcast out. But like, how has this year, ahale saal, like, what are you seeing in the lending? Like, ਆਪਣੀ ਕਮਿਊਨਿਟੀ ਦੇ ਵਿੱਚ ਲੋਕੀ ਘਰ ਲਈ ਜਾਂਦੇ ਆ, ਉਹ ਡਰੇ ਹੋ ਆ ਟੈਰਿਫਸ ਕਰਕੇ, ਜੋ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਹੁੰਦਾ ਆ. Like, what's your, like, what are you seeing? New construction ਵਿਕੀ ਜਾਂਦੀ ਆ. Yeah. You know, you got KB Homes, Lennar, D.R. Horton, Century Homes, Harbor Homes. Yeah. ਸਭ ਵਿਕੀ ਜਾਂਦੇ ਆ. ਜਿਹੜੇ ਲਾਟ ਉਹਨਾਂ ਨੇ ਦਸੰਬਰ ਦੇ ਵਿੱਚ ਰਿਲੀਜ਼ ਕੀਤੇ ਸੀਗੇ, ਹੁਣ ਬਿਲਡ ਹੋ ਰਹੇ ਆ. ਹਾਂਜੀ ਹਾਂਜੀ. ਕੁਛ ਲੋਕਾਂ ਨੇ ਲਾਸਟ ਈਅਰ ਬੁੱਕ ਕੀਤੇ ਸੀਗੇ, ਜਿਹੜੇ ਹੁਣ ਰੈਡੀ ਹੋ ਰਹੇ ਆ. April ਦੇ ਵਿੱਚ ਕਲੋਜ਼ਿੰਗ ਆ. Yeah. ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਆ. ਕੁਛ ਲੋਕਾਂ ਦੇ ਕੁਐਸਚਨ ਹੈ ਜਿਹੜੇ ਕਿ ਇਸ ਟਾਈਮ ਵਰਕ ਪਰਮਿਟ ਤੇ ਆ. ਉਹਨਾਂ ਨੂੰ ਅਸੀਂ ਡਾਇਰੈਕਟ ਕਰ ਰਹੇ ਹਾਂ ਵੀ ਤੁਸੀਂ ਆਪਣੇ ਅਟਰਨੀ ਨਾਲ ਗੱਲ ਕਰੋ. ਬਿਕਾਜ਼ ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਤੁਹਾਡਾ ਕੇਸ ਹੈਗਾ, ਇਟ ਡਜ਼ਨਟ ਮੇਕ ਐਨੀ ਡਿਫਰੈਂਸ ਬਿਕਾਜ਼ ਬੈਂਕ ਨੇ ਤਾਂ ਫਿਰ ਵੀ ਲੋਨ ਦੇ ਹੀ ਦੇਣਾ. ਸੋ ਵਰਸਟ ਕੇਸ ਸਿਨੈਰੀਓ, ਬਾਕੀ ਤੁਸੀਂ ਆਪਣੇ ਅਟਰਨੀ ਨਾਲ ਗੱਲ ਕਰੋ. ਬਟ ਇਟ ਡਿਡਨਟ ਰੀਲੀ ਚੇਂਜ ਮਚ. ਹਾਂ, ਕੁਛ ਲੋਕੀ ਜਿਹੜੇ ਫੈਂਸ ਤੇ ਸੀਗੇ, ਜਿਹੜੇ ਨਵੇਂ ਆ, ਉਹ ਇਸ ਚੀਜ਼ ਤੋਂ ਹੈਜ਼ੀਟੇਟ ਕਰ ਰਹੇ ਵੀ ਬਿਕਾਜ਼ ਉਹਨਾਂ ਨੂੰ ਪਤਾ ਨਹੀਂ ਵੀ ਹੋਣਾ ਕੀ ਆ, ਨਿਊ ਇਮੀਗ੍ਰੇਸ਼ਨ ਪਾਲਿਸੀਜ਼ ਕੀ ਆ. ਬਟ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਤੁਸੀਂ ਆਪਣੇ ਅਟਰਨੀ ਨਾਲ ਗੱਲ ਕਰੋ, ਤੁਹਾਨੂੰ ਕੀ ਰეკਮੈਂਡ ਕਰਦੇ ਆ. ਸੋ ਕੁਇਕ ਕੁਐਸਚਨ, ਤੁਸੀਂ ਗੱਲ ਕੀਤੀ ਸੀ ਵਰਕ ਪਰਮਿਟ ਬਾਰੇ, ਰਾਈਟ? ਸੋ ਲਾਈਕ ਜੇ ਹੁਣ ਕਿਸੇ ਤੋਂ ਵਰਕ ਪਰਮਿਟ ਆ ਤੇ ਉਹਨਾਂ ਨੇ ਘਰ ਲੈਣਾ, ਹਾਂਜੀ, ਰਾਈਟ, what is the process? ਕਿੰਨਾ ਲਾਈਕ ਜਿਹੜੀ ਵੈਲੀਡੇਸ਼ਨ ਡੇਟ ਹੁੰਦੀ ਆ, how long does the work permit need to be valid? ਭਾਵੇਂ US ਸਿਟੀਜ਼ਨ ਹੋਵੇ, ਵਰਕ ਪਰਮਿਟ ਹੋਵੇ, ਗ੍ਰੀਨ ਕਾਰਡ ਹੋਵੇ, ਪ੍ਰੋਸੈਸ ਸਭ ਸੇਮ ਹੀ ਆ. ਜਿਹੜਾ ਵਰਕ ਪਰਮਿਟ ਹੈ ਤੁਹਾਡਾ ਐਕਸਪਾਇਰ ਨਹੀਂ ਹੋਣਾ ਚਾਹੀਦਾ. ਜੇ ਐਕਸਪਾਇਰ ਹੋਇਆ ਤੇ ਤੁਹਾਡੇ ਕੋਲ ਰਿਨਿਊਅਲ ਦੀ ਰਸੀਦ ਹੋਣੀ ਚਾਹੀਦੀ ਆ. ਹਾਂਜੀ. ਉਹ ਆਟੋਮੈਟਿਕ ਉਹਦੇ ਤੇ ਐਕਸਟੈਂਸ਼ਨ ਹੁੰਦੀ ਆ 180 ਦਿਨ ਦੀ. ਜੇ ਉਹ ਤੋਂ ਵੀ ਅੱਗੇ ਹੋ ਗਿਆ ਫਿਰ ਤੁਸੀਂ ਆਪਣਾ ਸਟੇਟਸ ਪ੍ਰੋਵਾਈਡ ਕਰ ਸਕਦੇ ਹੋ ਆਨਲਾਈਨ. ਬਟ ਪ੍ਰੋਸੈਸ ਸੇਮ ਹੀ ਆ, ਉਹਦੇ 'ਚ ਕੋਈ ਭੇਦਭਾਵ ਨਹੀਂ. ਲੈਟਸ ਸੇ ਕਿਸੇ ਦਾ ਵਰਕ ਪਰਮਿਟ ਸਾਲ ਦੇ ਵਿੱਚ ਐਕਸਪਾਇਰ ਹੋਣ ਲੱਗਾ, ਕੈਨ ਦੇ ਸਟਿਲ ਬਾਏ ਦ ਹਾਊਸ? ਬਿਲਕੁਲ. ਬਿਲਕੁਲ. ਸੈਕੰਡਲੀ, ਜੇ ਤੁਹਾਡਾ ਐਕਸਪਾਇਰ ਹੋਇਆ ਵੀ ਆ, ਬੈਂਕਾਂ ਐਕਸੈਪਸ਼ਨ ਮੇਕ ਕਰਦੀਆਂ, ਤੁਸੀਂ ਉਹਨਾਂ ਨੂੰ ਆਪਣੀ ਰਿਨਿਊਅਲ ਹਿਸਟਰੀ ਸ਼ੋਅ ਕਰ ਦਿਓ. ਬਿਕਾਜ਼ ਮੋਸਟ ਲਾਈਕਲੀ ਜਿਹਦੇ ਕੋਲ ਵਰਕ ਪਰਮਿਟ ਹੈਗਾ ਆ, ਉਹਨਾਂ ਦਾ 1-2 ਵਾਰੀ ਰਿਨਿਊ ਹੋਇਆ ਹੁੰਦਾ. ਹਾਂਜੀ ਹਾਂਜੀ. ਜਾਂ ਫਿਰ ਜੇ ਉਹਨਾਂ ਨੇ ਫਾਈਲ ਕੀਤੀ ਹੋਈ ਐਪਲੀਕੇਸ਼ਨ, ਉਹਨਾਂ ਕੋਲ ਰਸੀਦ ਹੁੰਦੀ ਆ. ਠੀਕ ਹੈ, ਤੁਸੀਂ ਸ਼ੋਅ ਕਰ ਸਕਦੇ ਹੋ. ਓਕੇ. ਸੋ ਐਸ ਫਾਰ ਐਜ਼ ਲਾਈਕ ਹੁਣ ਜਿਹੜੇ ਇੰਟਰਸਟ ਰੇਟ ਹੈ, ਰਾਈਟ, ਤੁਸੀਂ ਕਹਿ ਲਓ ਪਿਛਲੇ 6 ਮਹੀਨੇ ਦੇ ਵਿੱਚ ਵੱਧ ਵੀ ਗਏ ਸੀ, ਘੱਟ ਵੀ ਗਏ ਆ. ਬਿਲਕੁਲ. ਹੁਣ ਫੇਰ ਪਿਛਲੇ 2-3 ਹਫ਼ਤੇ ਦੇ ਹਰੇਕ ਹਫ਼ਤੇ ਇੰਟਰਸਟ ਰੇਟ 30 year ਫਿਕਸ ਰੇਟ ਘਟੀ ਜਾਂਦਾ. ਬਿਲਕੁਲ. ਲਾਈਕ ਕਿੱਥੇ ਖੜਾ ਅੱਜ ਕੱਲ੍ਹ? And what is your prediction? ਅੱਜ ਦੀ ਡੇਟ ਦੇ ਵਿੱਚ ਹੁਣ 6s ਦੇ ਵਿੱਚ ਹੈਗਾ ਆ. You know, depending on your credit, depending on your down payment and situations, I would say ਕਿ mid to high 6s ਦੇ ਵਿੱਚ ਹੁਣ ਹੈਗਾ ਆ. ਲਾਸਟ ਸੈਪਟੈਂਬਰ ਉਦੋਂ ਮਾੜਾ ਜਿਹਾ ਡਿਪ ਹੋਇਆ ਸੀਗਾ 2 ਵੀਕ, ਫਿਰ ਉੱਤੇ ਚਲਾ ਗਿਆ. ਹੁਣ ਕੀ ਆ ਕਿ ਜਿਹੜੀ ਮੋਰਗੇਜ ਇੰਡਸਟਰੀ ਆ ਉਹ ਫੋਲੋ ਕਰਦੀ ਆ 10 year ਟ੍ਰੈਜਰੀ ਬੌਂਡ. ਆਪਾਂ ਸਟਾਕ ਮਾਰਕੀਟ ਨਹੀਂ ਫੋਲੋ ਕਰਦੇ. 10 year ਟ੍ਰੈਜਰੀ ਬੌਂਡ ਫੋਲੋ ਕਰਦੇ ਆ. ਉਹ ਜੇ ਗੁੱਡ ਕਰਦਾ ਦੈਨ ਮੋਰਗੇਜ ਰੇਟਸ ਡੂ ਗੁੱਡ. ਸੋ ਹੁਣ ਕੀ ਆ ਕਿ ਇਨਵੈਂਟੋਰੀ ਸਪੈਸ਼ਲੀ ਇੱਥੇ ਕਿੰਗ ਕਾਊਂਟੀ, ਇਨਵੈਂਟੋਰੀ ਸਟਿਲ ਅ ਪ੍ਰੋਬਲਮ. ਸੋ ਜੇ ਤੁਸੀਂ ਕੈਂਟ, ਆਬਰਨ, ਕਵਿੰਗਟਨ ਦੇਖਦੇ ਆ, 7 ਲੱਖ ਤੋਂ ਥੱਲੇ ਇਨਵੈਂਟੋਰੀ ਬਹੁਤ ਹੀ ਜ਼ਿਆਦਾ ਸਲਿਮ ਹੈ. ਸੋ ਉਹਦੇ ਵਿੱਚ ਕੰਪੀਟੀਸ਼ਨ ਹਜੇ ਵੀ ਹੈਗਾ ਆ. ਸੋ ਸੈਕੰਡਲੀ ਇਨਵੈਸਟਮੈਂਟ, ਆਮ ਸਟਾਰਟਿੰਗ ਟੂ ਸੀ ਕਿ ਲੋਕੀ ਹੁਣ ਕਿੰਗ ਕਾਊਂਟੀ ਤੋਂ ਬਾਹਰ ਨਿਕਲ ਰਹੇ ਆ, ਜਿੱਥੇ ਇਨਵੈਸਟਮੈਂਟ ਲੈ ਰਹੇ ਆ ਲੋਕੀ. ਵੈਦਰ ਇਟਸ ਹਾਊਸ, ਡੂਪਲੈਕਸ ਹੋ ਗਿਆ, ਅਪਾਰਟਮੈਂਟ ਬਿਲਡਿੰਗ ਹੋ ਗਈ, ਕੁਛ ਵੀ ਹੋ ਗਿਆ. ਕਾਸਟ ਕਰਕੇ, just because cheaper? ਕਰਕੇ
plus better rents, better tenants, better city involvement. Kyunki our King County historically, previously, we had squatter situations, rent situations. So ਲੋਕੀ ਡਰਦੇ ਆ ਜਿਹੜਾ ਬੰਦਾ investment buy ਕਰ ਰਿਹਾ. Plus it's cheaper. You get out to Pierce County, even Eastern Washington ਵੀ ਲੋਕੀ ਲੈ ਰਹੇ ਆ. So ਉਹਦੇ ਚ ਕੀ ਆ ਵੀ tenant pool ਜਿਹੜਾ ਥੋੜਾ ਜਿਹਾ better ਹੈ. ਤੇ ਜੇ ਹੁਣ ਇਨਵੈਸਟਮੈਂਟ ਬਾਰੇ ਗੱਲ ਕਰੀਏ, ਲਾਈਕ ਵਾਟਸ ਦ ਰੇਟਸ ਇਨ ਦ ਇਨਵੈਸਟਮੈਂਟ ਵਰਲਡ? ਲਾਈਕ ਇਨਵੈਸਟਮੈਂਟ ਅਸੀਂ ਹਾਈ 6s ਚ ਵੀ ਦੇਖੀ ਆ, ਲੋ 7s ਚ ਵੀ ਦੇਖੀ ਆ, ਬਟ if I have to quote, I would say ਕਿ 7s ਦੇ ਵਿੱਚ. I know a client that we're helping right now. You locked her at what, 6.99? 6.99. That was ਮੈਂ ਕਾਫੀ ਸ਼ੌਕ ਸੀ ਕਰਕੇ just a ਮਹੀਨੇ ਕੁ ਪਹਿਲੇ ਗੱਲ, maybe 6 ਹਫ਼ਤੇ ਪਹਿਲਾਂ, 8%, right? Yes. Right, 1% higher, so 1% ਦਾ ਫਰਕ ਪੈ ਗਿਆ. Like, what do you think ਹੁਣ ਜੇ ਅਗਲੇ 2-3 ਮਹੀਨੇ ਦੀ ਗੱਲ ਕਰੀਏ, second quarter ਦੀ ਗੱਲ ਕਰੀਏ, right? ਜਿਹੜੇ ਇੰਟਰਸਟ ਰੇਟ ਆ, ਉੱਪਰ ਜਾਓਗੇ, ਥੱਲੇ ਜਾਓਗੇ, like what's your prediction? It's hard to say because ਹੁਣ ਨਵੀਂ administration ਆਈ ਆ, so we will see what they do. But in terms of rates, ਹੁਣ ਉਹ stagnant ਆ, ਉੱਥੇ ਖੜੇ ਆ ਇਸ ਟਾਈਮ. Not a huge difference from 12 months ago. So ਹੁਣ ਕੀ ਹੈ ਕਿ let's see, lot of people ਜਿਹੜੇ ਵੇਟ ਕਰ ਰਹੇ ਸੀਗੇ ਹੁਣ ਆਪਣੇ ਟੈਕਸਸ ਫਾਈਲ ਕਰਨਗੇ ਅਗਲੇ ਸਾਲ, ਅਗਲੇ ਮੰਥ, April 15th ਡੈਡਲਾਈਨ ਆ. ਉਹ ਲੋਕੀ ਹੁਣ ਸਾਰੇ ਰੈਡੀ ਆ ਘਰ ਬਾਏ ਕਰਨ ਲਈ. ਜਿਹੜੇ ਲੋਕਾਂ ਨੇ ਨਵੇਂ ਘਰ ਬੁੱਕ ਕੀਤੇ ਆ ਉਹ ਹੁਣ ਰੈਡੀ ਹੋਣਗੇ ਸਮਰ ਦੇ ਵਿੱਚ. ਨਵੀਂ ਇਨਵੈਂਟਰੀ ਆ ਹੁਣ ਸਪਰਿੰਗ ਦੇ ਵਿੱਚ ਲੋਕੀ ਕਰਦੇ ਆ, ਸਪੈਸ਼ਲੀ ਜਿਹੜੇ ਲੋਕੀ ਮੂਵ ਹੋ ਕੇ ਆਏ ਆ ਵਿਦ ਕਿਡਸ. ਸਕੂਲ ਡਿਸਟ੍ਰਿਕਟ ਸਟਾਰਟ ਹੁੰਦਾ ਸੈਪਟੈਂਬਰ ਦੇ ਵਿੱਚ, ਸੋ ਉਹ ਸਾਰੇ ਲੋਕੀ ਜੂਨ ਅਗਸਤ ਤੋਂ ਪਹਿਲਾਂ ਘਰ ਬਾਏ ਕਰਨਾ ਚਾਹੁੰਦੇ ਆ ਕਿ ਆਪਣਾ ਲਾਈਫ ਸਟਾਰਟ ਕਰ ਲਈਏ. ਸੋ ਵੀ ਵਿਲ ਸੀ ਦੈਟ ਹੁਣ ਜਿੰਨੀ ਵੀ ਨਵੀਂ ਕੰਸਟਰਕਸ਼ਨ ਸੀ ਉਹ ਤਾਂ ਸਾਰੀ ਵਿਕ ਗਈ ਆ ਜਾਂ ਵਿਕ ਰਹੀ ਆ. ਸੋ ਜਿਹੜੇ ਬਟ ਆਲਸੋ ਜਿਹੜੇ ਪੁਰਾਣੇ ਘਰ ਆ ਉਹਨਾਂ ਦਾ ਪ੍ਰਾਈਸਿਸ ਵੀ ਹਾਈ ਅਪ ਹੋ ਰਿਹਾ. ਵਨ ਥਿੰਗ ਆਈ ਡਿਡ ਨੋਟਿਸ ਕਿ ਸਪੈਸ਼ਲੀ ਜਿੱਥੇ ਹੁਣ ਅਫੋਰਡੇਬਿਲਿਟੀ ਹਾਰਡ ਹੈ, ਜਿੱਦਾਂ ਕੈਂਟ ਹੋ ਗਿਆ, ਕਵਿੰਗਟਨ, ਰੈਂਟਨ, ਲਾਰਾ ਪੁਰਾਣੇ ਲੋਕ ਜਿਹਨਾਂ ਨੂੰ ਘਰ 'ਚ ਰਹਿੰਦੇ 20-30 ਸਾਲ ਹੋ ਗਏ ਆ, ਉਹ ਰਿਟਾਇਰ ਹੋ ਕੇ ਦੂਜੀ ਸਟੇਟਸ ਜਾ ਰਹੇ ਆ, ਜਿਨ੍ਹਾਂ ਦੇ ਘਰ ਪੇਡ ਆਫ ਆ, ਜਿਨ੍ਹਾਂ ਦੀ ਲੋਨ ਅਮਾਊਂਟ ਛੋਟਾ ਆ. ਹੁਣ ਉਹ ਛੋਟੇ ਘਰ ਜਿਹੜੇ ਆ ਮਾਰਕੀਟ ਤੇ ਆ ਰਹੇ ਆ. ਤੁਸੀਂ ਦੇਖੋਗੇ 1500 ਸਕੁਅਰ ਫੀਟ, 2000 ਸਕੁਅਰ ਫੀਟ ਵਾਲੇ ਪੁਰਾਣੇ ਘਰ 1950s ਬਿਲਡ, 1960s ਬਿਲਡ, ਹੁਣ ਉਹ ਮਾਰਕੀਟ ਤੇ ਆ ਰਹੇ ਆ. ਉਹ ਲੋਕੀ ਹੁਣ ਇੱਥੋਂ ਰਿਟਾਇਰ ਹੋ ਕੇ ਜਾ ਰਹੇ ਆ. ਸੋ ਯੂ ਵਿਲ ਸੀ ਦੈਟ. Other than that, lot of people ਇੱਥੋਂ ਹੁਣ ਥੋੜੇ ਸਾਊਥ ਵੱਲ ਨੂੰ ਜਾ ਰਹੇ ਆ. ਆਪਣੇ ਆਬਰਨ ਤਾਂ ਫੁੱਲ ਹੋ ਹੀ ਗਿਆ. Puyallup, Sumner, Graham, Bonny Lake. I would say ਕਿ Bonny Lake ਸਾਊਥ ਐਂਡ ਦਾ ਬੈਲ ਵੀ ਬਣ ਗਿਆ. Bonny Lake is a really good area, ਬਹੁਤ ਵਧੀਆ ਸਕੂਲ ਆ. But I think ਫਿਰ ਪੰਗਾ ਜੋ most people ਨੂੰ ਪੈਂਦਾ ਜਿਹੜੇ ਕੰਮ ਕਰਦੇ ਕਿੰਗ ਕਾਉਂਟੀ, ਸਿਆਟਲ, ਬੈਲਵਿਊ ਦੇ ਲਾਗੇ ਤਾਗੇ is the commute. ਰਾਈਟ, ਉੱਥੇ ਘਰ ਠੀਕ ਹੈ, ਤੁਹਾਨੂੰ ਸਸਤੇ ਮਿਲ ਜਾਂਦੇ ਆ. ਪਿਓਲਪ, ਗ੍ਰੈਮ ਹੋ ਗਿਆ. ਪਰ ਜੇ ਹੁਣ ਤੁਸੀਂ ਕੰਮ ਕਰਦੇ ਸਿਐਟਲ ਦੇ ਵਿੱਚ, ਹੁਣ ਕਈ ਜਣੇ ਊਬਰ ਚਲਾਉਂਦੇ ਆ, ਕਈ ਜਣੇ ਲਿਮੋ ਦਾ ਕੰਮ ਕਰਦੇ ਆ ਉੱਥੇ. ਓਬਵੀਅਸਲੀ ਆਲ ਦ ਵਰਕ ਇਜ਼ ਇਨ ਸਿਐਟਲ. ਸੋ ਉਹ ਕਹਿੰਦੇ ਦ ਕਮਿਊਟ ਮੈਨ. ਹੁਣ ਕਾਫੀ ਜਣਿਆਂ ਨਾਲ ਗੱਲ ਵੀ ਹੁੰਦੀ ਹੈ ਜਿਹਨਾਂ ਨੇ 1-2 ਸਾਲ ਪਹਿਲਾਂ ਘਰ ਲਏ ਸੀ. ਰਾਈਟ, ਉਹ ਕਹਿੰਦੇ ਯਾਰ ਹੁਣ ਡਰਾਈਵ ਇਜ਼ ਗੈਟਿੰਗ ਹਾਰਡ. ਰਾਈਟ, ਅਸੀਂ ਚਾਹੁੰਦੇ ਅਸੀਂ ਕਿੰਗ ਕਾਉਂਟੀ ਦੇ ਵਿੱਚ ਆਈਏ. ਰਾਈਟ, ਸੋ ਕਾਫੀ ਤੁਸੀਂ ਕਹਿ ਦਿਓ ਇਨਵੈਂਟੋਰੀ ਦੀ ਵੀ ਪ੍ਰੋਬਲਮ ਆ. Right, so what are your thoughts on, like, this is one thing that I'm seeing. ਜਦੋਂ ਵੀ ਮੈਂ ਹੁਣ ਕਿਸੇ ਨਾਲ ਗੱਲ ਕਰਦਾ ਜਾਂ ਕਿਸੇ ਦੀ ਕਾਲ ਆਉਂਦੀ ਆ ਤੇ ਅਸੀਂ ਫੇਸ ਟੂ ਫੇਸ ਮਿਲਦੇ ਆ, ਉਹਨਾਂ ਨੇ ਘਰ ਲੈਣਾ ਆ ਜਾਂ ਵੇਚਣਾ, ਉਹ ਆਲਵੇਜ਼ ਕਿਊਰੀਅਸ ਹੁੰਦੇ ਆ. ਜਿਹੜੀ ਟਰੰਪ ਦੀ ਇਸ਼ੂ ਚੱਲਦੀ ਆ with the tariffs with Canada, ਉਹ ਸੋਚਦੇ ਆ like what is going to happen? Like they're uncertain. Is the market going to go? ਪ੍ਰਾਈਸਾਂ ਘਟੂਗੀਆਂ, ਇਹਦੇ ਨਾਲ ਟੈਰਿਫਸ ਨਾਲ ਪ੍ਰਾਈਸਾਂ ਵਧੂਗੀਆਂ? Like what do you think is going to happen? ਪਹਿਲੇ ਤਾਂ ਤੁਸੀਂ ਸਿਐਟਲ ਦੀ ਗੱਲ ਕੀਤੀ ਆ, ਉਹਦੇ ਕਰਕੇ Burien, White Center, SeaTac, ਇਹ ਮਾਰਕੀਟ ਨੂੰ ਕਾਫੀ ਫਰਕ ਪਿਆ ਪਿਛਲੇ 5 ਤੋਂ 10 ਸਾਲ ਦੇ ਵਿੱਚ. It's grown a lot. ਹੁਣ ਕੀ ਹੈ ਕਿ SeaTac ਦੇ ਵਿੱਚ ਆਪਾਂ ਕੋਈ ਵੀ SeaTac, Burien ਆਪਾਂ ਘਰ ਦੇਖਦੇ ਹਾਂ, gets a lot of attraction because of that. ਕਿਉਂਕਿ ਸੈਕੰਡਲੀ ਜਿਹੜੀ ਟ੍ਰੇਨ ਆ ਉਹ ਚੱਲਦੀ ਆ ਡਾਊਨਟਾਊਨ ਅਪ ਨੌਰਥ ਤੋਂ ਲੇਕਵੁੱਡ ਤੱਕ ਚੱਲਦੀ ਆ. ਸੋ ਜਿਹੜਾ ਬੰਦਾ ਕੈਂਟ ਰਹਿ ਰਿਹਾ, ਟਕੋਮਾ ਰਹਿ ਰਿਹਾ, ਆਬਨ ਰਹਿ ਰਿਹਾ, ਉਹ ਟ੍ਰੇਨ ਲੈ ਕੇ ਜਾ ਸਕਦਾ. ਟਕਵਿਲਾ ਤੋਂ ਟ੍ਰੇਨ ਲਾਈਟ ਰੇਲ ਚੱਲਦੀ ਆ ਜਿਹੜੀ ਨੌਰਥ ਗੇਟ ਤੱਕ ਜਾਂਦੀ ਆ. So that helps a lot of people in terms of commute.
ਸੋ ਜਦੋਂ ਬੰਦਾ ਘਰ ਲੈਣ ਲੱਗਦਾ ਸੋਚਦਾ ਵੀ ਹੁਣ ਆਪਾਂ ਸੀਐਟਲ ਤਾਂ ਤੁਹਾਨੂੰ ਪਤਾ ਹੀ ਆ ਕਿ ਇਟਸ ਥੋੜਾ ਔਖਾ ਆ। I think ਸਾਡੀ ਪੰਜਾਬੀ ਫੈਮਿਲੀਜ਼ ਬਹੁਤ ਘੱਟ ਉੱਧਰ ਰਹਿੰਦੇ ਆ, ਬਹੁਤ ਘੱਟ ਔਰ ਫਿਰ ਉਹ ਅਪ ਨੋਰਥ ਚੱਲ ਜਾਂਦੇ ਆ, ਐਵਰੇਟ, ਮੈਰੀਜ਼ਵਿਲ। ਹਾਂਜੀ ਸੋ ਆਪਸ਼ਨਸ ਤਾਂ ਹੋਣਗੀਆਂ, ਹੁਣ ਸਿਟੀ ਵਰਕ ਕਰ ਰਹੀ ਆ, ਯੂ ਨੋ, ਸੋ that changes things. But secondly, tariffs ਦਾ ਹੁਣ ਕੁਛ ਕਹਿ ਨਹੀਂ ਸਕਦੇ because that's out of our scope. But what are you hearing? Like ਤੁਹਾਡੇ ਇੰਡਸਟਰੀ 'ਚ ਕਿਹੜੀ ਗੱਲਬਾਤ ਚੱਲਦੀ ਆ, like with your ਸਾਡੀ ਇੰਡਸਟਰੀ 'ਚ I haven't seen a lot of movement because of that. But long term, I think everything will solve each other out. Because 2008, 2012, 2015, now it doesn't really change things because housing is a bare necessity. ਤੇ ਜੋ ਇੱਕ ਜ਼ਰੂਰਤ ਹੈ, right? So I feel like they keep things pretty aligned. ਕਿ ਜਿਹਦੇ 'ਚ ਬੜਾ ਫਰਕ ਨਹੀਂ ਪੈਂਦਾ। But ਹੁਣ ਇੱਦਾਂ ਆ ਕਿ ਅਫੋਰਡੇਬਿਲਿਟੀ ਥੋੜੀ ਜਿਹੜੀ ਪ੍ਰੋਬਲਮ ਹੈ। ਫੋਰ ਐਗਜ਼ਾਮਪਲ ਤੁਸੀਂ ਅੱਜ ਦੀ ਡੇਟ 'ਚ 7 ਲੱਖ ਦਾ ਘਰ ਲੈਂਦੇ ਹੋ, ਡਿਪੈਂਡ ਕਰਦਾ ਵੀ ਤੁਸੀਂ ਕਿੰਨੇ ਕੁ ਪੈਸੇ ਜੋੜੇ ਆ, ਕਿੰਨੇ ਪੈਸੇ ਤੁਸੀਂ ਖਰਚਣਾ ਚਾਹੁੰਦੇ ਹੋ ਘਰ 'ਤੇ। 5% ਡਾਊਨ ਪੇਮੈਂਟ ਦੇ ਕੇ ਫਿਰ ਵੀ ਤੁਸੀਂ ਪੇਮੈਂਟ ਤੁਹਾਡੀ $4,000 ਤੋਂ $4,500 ਹੈਗੀ ਆ। ਹੁਣ ਉਸ ਚੀਜ਼ ਨੂੰ ਡਾਈਜੈਸਟ ਕਰਨਾ ਵੀ ਹਾਂ ਕੀ ਪਤਾ ਨਹੀਂ ਵੀ ਕਦੋਂ ਰੇਟ ਥੱਲੇ ਆਉਣਗੇ ਵੀ ਸਾਡੀ ਪੇਮੈਂਟ $500 ਘੱਟ ਜਾਵੇ। ਸੋ ਉਹਨੂੰ ਟੈਂਪਰੇਰੀ ਮਾਈਂਡ 'ਚ ਰੱਖਦੇ ਹੋਏ ਇਟਸ ਇੰਪੋਰਟੈਂਟ ਕਿ ਤੁਸੀਂ ਆਪਣੀ ਬਜਟਿੰਗ ਤਾਂ ਫੈਮਿਲੀ ਐਕਸਪੈਂਡੀਚਰ ਦੇਖੋ। ਬਿਕਾਜ਼ $4,000-$4,500 ਪੇਮੈਂਟ ਇਜ਼ ਹਾਰਡ ਜੇ ਬੰਦਾ ਇਕੱਲਾ ਕੰਮ ਕਰ ਰਿਹਾ। I know some first time home buyers ਜਿਹੜੇ 5,000 ਵੀ ਦੇਣ ਲੱਗੇ ਹੋ। ਰਾਈਟ, ਕਈ ਟਾਈਮ ਇਕੱਠੇ ਹੁੰਦੇ ਆ, ਰਲ ਕੇ ਲੈਣ ਲੱਗੇ ਹੁੰਦੇ, ਫੈਮਿਲੀ ਹੁੰਦੀ ਆ ਜਾਂ ਕਜ਼ਨ ਬ੍ਰਦਰ ਜੋ ਵੀ ਆ, just to buy a home. Like what do you think, like ਇਸ ਵੇਲੇ what's the problem in King County? Is it just prices? Prices and affordability. Prices ਹੁਣ ਇੱਦਾਂ ਵੀ 7 ਲੱਖ ਦੀ ਗੱਲ ਕਰਦੇ ਹਾਂ ਆਪਾਂ। 7 ਲੱਖ ਹੁਣ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਕੈਂਟ ਰਹਿਣਾ, ਆਬਰਨ ਰਹਿਣਾ, ਵੱਡਾ ਘਰ ਲੈਣਾ। But then you have to ਫਿਰ ਗੱਲ ਚੱਲ ਜਾਂਦੀ 8-9 ਲੱਖ ਤੇ। 8-9 ਲੱਖ ਦਾ ਪੇਮੈਂਟ ਬਹੁਤ, so I mean even million. So ਉਹ ਪੇਮੈਂਟ ਅਫੋਰਡ ਕਰਨੀ ਬਹੁਤ ਔਖੀ ਆ। ਸੈਕੰਡਲੀ ਮੋਸਟ ਲੋਕੀ ਆਪਣੇ ਜਿਹੜੇ ਕੰਮ ਕਰਦੇ ਆ, ਯੂਜੂਅਲੀ ਊਬਰ, ਟਰੱਕ, ਗੈਸ ਸਟੇਸ਼ਨ, ਕੰਮ ਸਾਰੇ ਸਲੋ ਆ ਇਸ ਟਾਈਮ। ਐਂਡ ਜੇ ਇੱਕ ਵੀ ਮਹੀਨਾ ਗੱਲ ਨਹੀਂ ਬਣਦੀ ਤਾਂ ਬੰਦਾ 3 ਮਹੀਨੇ ਪਿੱਛੇ ਚੱਲ ਜਾਂਦਾ। ਸੋ ਕੀਪਿੰਗ ਦੈਟ ਇਨ ਮਾਈਂਡ, ਮੇਰੀ ਸਲਾਹ ਹਰ ਟਾਈਮ ਇਹੀ ਹੁੰਦੀ ਆ ਵੀ ਤੁਹਾਡੇ ਕੋਲ ਐਟ ਐਨੀ ਗਿਵਨ ਟਾਈਮਸ 6 ਮਹੀਨੇ ਦੀਆਂ ਪੇਮੈਂਟਾਂ ਸੇਵਿੰਗ 'ਚ ਹੋਣੀਆਂ ਚਾਹੀਦੀਆਂ ਇਨ ਕੇਸ ਆਫ ਅ ਰੇਨੀ ਡੇ ਫੰਡ। ਬਟ ਅਗੇਨ not everybody has that, because usually ਆਪਾਂ ਜਦੋਂ ਘਰ ਬਾਈ ਕਰੀਦਾ ਸਾਰੇ ਪੈਸੇ ਲੱਗ ਜਾਂਦੇ ਆ। ਫਿਰ ਘਰ ਬਾਈ ਕਰਕੇ ਉਹਨੂੰ ਫਰਨਿਸ਼ ਵੀ ਕਰਨਾ, ਫਰਨੀਚਰ ਲੈਣਾ, ਕਈ ਕੁਝ ਲੈਣਾ, ਮਹਿੰਗਾ ਸਮਾਨ ਹੁੰਦਾ, ਸਾਰਾ ਕੁਝ ਮਹਿੰਗਾ। ਘਰ ਤਾਂ ਖੂਹ ਆ, ਜਿੰਨੇ ਮਰਜ਼ੀ ਪੈਸੇ ਸੱਟ ਦੋ। ਸੋ ਘਾਹ ਕੱਟਣ ਲਈ ਮਸ਼ੀਨ ਵੀ ਚਾਹੀਦੀ ਹੈ। ਸੋ ਕੀਪਿੰਗ ਦੈਟ ਇਨ ਮਾਈਂਡ, ਪ੍ਰੋਬਲਮ ਜਿਹੜੀ ਹੈ ਇਨਵੈਂਟੋਰੀ ਦੀ। ਐਂਡ Seattle has like because of job market, right? So ਹੁਣ ਜਿਹੜੇ ਲੋਕੀ ਦੂਜੇ ਸਟੇਟਸ ਤੋਂ ਮੂਵ ਹੋ ਕੇ ਆ ਰਹੇ ਆ, ਉਹ ਮੋਸਟ ਲਾਈਕਲੀ ਹਾਈ ਅਰਨਿੰਗ ਜੌਬਸ ਆ। ਟੈਕ ਵਾਲੇ ਹੋ ਗਏ, ਫਾਈਨੈਂਸ ਵਾਲੇ ਹੋ ਗਏ, ਜਾਂ ਫਿਰ ਜਿਹੜੇ ਲੋਕੀ ਕੈਲੀਫੋਰਨੀਆ ਵਗੈਰਾ ਤੋਂ ਆ ਰਹੇ ਆ, ਆਲਰੇਡੀ ਮਹਿੰਗਾ ਘਰ ਵੇਚ ਕੇ ਆ ਰਹੇ ਆ। ਸੋ ਉਹਨਾਂ ਕੋਲ ਪੈਸੇ ਹੈਗੇ 4 ਖਰਚਣ ਲਈ, ਰਾਈਟ? ਸੋ ਉਹ ਘਰ ਲੈ ਲੈਣਗੇ Renton or Bothell, Newcastle, or Bellevue, Newcastle. Areas up there. Up 2 years ago ਜਿਹੜੇ ਲੋਕੀ ਨਹੀਂ ਸੀ ਅਫੋਰਡ ਕਰ ਸਕਦੇ, Bothell, Bellevue, Renton, ਉਹ ਸਾਰੇ ਲੋਕੀ ਸਾਊਥ ਆ ਗਏ, ਇੱਧਰ ਕੈਂਟ ਆ ਗਏ, ਆਬਰਨ ਆ ਗਏ, ਲੇਕਲੈਂਡ ਹਿਲਸ ਆ ਗਏ। Especially people that work in tech that we talk to. They're here, South End. ਜਿਹੜਾ ਘਰ ਉਹਨਾਂ ਨੂੰ Bothell 'ਚ 1.5 ਦਾ ਮਿਲਣਾ ਸੀਗਾ, ਉੱਥੇ ਉਹਨਾਂ ਨੂੰ $1 million ਦਾ ਮਿਲ ਗਿਆ, right? And school districts are good too in Lakeland Hills and things like that. Maple Valley, those areas. But ਹੁਣ ਕੀ ਆ ਕਿ ਕੁਛ ਲੋਕੀ ਜਿਹੜੇ they're getting called back to work in person. Amazon ਹੋ ਗਈ, Microsoft ਹੋ ਗਿਆ, ਹੁਣ ਉਹ ਬੰਦਾ commute ਤਾਂ every day ਨਹੀਂ ਕਰੂਗਾ। So they're either gonna go back to Seattle and rent,
or they're going to sell the house and buy something closer. Even ਜਦੋਂ ਦਾ Amazon ਨੇ announce ਕੀਤਾ downtown Seattle, we're seeing ਕਿ rents have increased almost 10%. Occupancy ਹੁਣ ਵੱਧ ਰਹੀ ਆ because during COVID time Seattle ਖਾਲੀ ਹੋ ਗਿਆ ਸੀ. So that's the perfect example. I'm going to add into you. Remember the ਜਿਹੜੀ transaction ਕੀਤੀ ਸੀ ਜਿਹੜੇ family ਨੇ I think 2023 ਚ ਕਰ ਲਿਆ ਸੀ. ਹਾਂਜੀ 7-9 ਦਾ. ਹਾਂਜੀ ਤੇ ਉਹ ਹੁਣ ਪਿਛਲੇ ਮਹੀਨੇ 7 ਲੱਖ ਦਾ ਵੇਚ ਕੇ ਗਏ ਆ. ਬਿਲਕੁਲ ਉਹ ਦੋ ਹੀ ਜਾਣੇ Amazon ਚ ਕੰਮ ਕਰਦੇ ਸੀ. ਉਹਨਾਂ ਨੇ ਲਿਆ ਸੀ ਕਰਕੇ ਕੋਵਿਡ ਦੇ ਟਾਈਮ ਤੋਂ ਥੋੜਾ ਬਹੁਤਾ ਬਾਅਦ ਪਰ ਹੁਣ ਜਦੋਂ ਇਹਨਾਂ ਦਾ everyone has to go back to work, they're like, we're not driving from Auburn all the way to downtown Seattle every day, right? And so I was like, man, they're selling at a loss, but they had to do it. that plus ਜੇ ਤੁਸੀਂ ਹੁਣ ਡਿਪੈਂਡ ਕਰਦਾ ਜੇ ਤੁਹਾਡੀ ਪੇਮੈਂਟ ਹੀ 4000 ਹੈ ਤੁਹਾਨੂੰ 4000 ਕਿਰਾਇਆ ਮਿਲਣਾ ਨਹੀਂ ਕਰਦਾ ਸੋ ਤੁਸੀਂ ਐਵਰੀ ਮੰਥ ਆਊਟ ਆਫ ਪਾਕਟ $1000 ਦੇ ਰਹੇ ਹੋ ਆਪਣਾ ਘਰ ਰੱਖਣ ਲਈ ਸੋ ਇਟਸ ਨਾਟ ਫॉर ਐਵਰੀਬਾਡੀ ਇਟ ਹੈਜ਼ ਟੂ ਮੇਕ ਸੈਂਸ ਸੋ ਉਹਨਾਂ ਲਈ ਉਹ ਪ੍ਰੋਬਲਮ ਆ ਪਰ ਜਿਹਨੇ ਲਿਆ ਆ ਉਹਨਾਂ ਲਈ ਬੈਸਟ ਕੇਸ ਸਿਨੈਰੀਓ ਆ ਸੋ ਅਮਨਦੀਪ ਜੇ ਹੁਣ ਇਸ ਵੇਲੇ ਤੁਸੀਂ ਐਡਵਾਈਸ ਦੇ ਸਕਦੇ ਕੋਈ ਫਰਸਟ ਟਾਈਮ ਹੋਮ ਬਾਇਰ ਵਾਸਤੇ ਕਿਹੜੀ ਐਡਵਾਈਸ ਆ ਸਭ ਤੋਂ ਵੱਡੀ ਐਡਵਾਈਸ ਆ ਕਿ ਤੁਸੀਂ ਆਪਣੇ ਵੱਲ ਦੇਖੋ ਦੂਜਿਆਂ ਵੱਲ ਨਾ ਦੇਖੋ ਆਪਣਾ ਬਜਟ ਕਰੋ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ ਆਪਣੇ ਲੋਨ ਆਫਿਸਰ ਨਾਲ ਗੱਲ ਕਰੋ ਵੀ ਆ ਤੁਹਾਡਾ ਪੇਮੈਂਟ ਪਲਾਨ ਕੀ ਬਣਦਾ ਆ ਤੁਹਾਡੇ ਕੋਲ ਡਾਊਨ ਪੇਮੈਂਟ ਕਿੰਨੀ ਆ ਤੁਹਾਡੇ ਕੋਲ ਰੇਨੀ ਡੇ ਫੰਡਸ ਕਿੰਨੇ ਆ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਰੈਡੀ ਹੋ ਸੈਕੰਡਲੀ ਦੇਖੋ ਵੀ ਤੁਹਾਡੇ ਮੰਥਲੀ ਐਕਸਪੈਂਸਿਸ ਕੀ ਆ ਐਂਡ ਕਿਹੜੀ ਚੀਜ਼ ਨੂੰ ਤੁਸੀਂ ਲਿਮਿਟ ਕਰ ਸਕਦੇ ਹੋ ਉਸ ਤੋਂ ਬਾਅਦ ਕੀਪ ਇਨ ਮਾਈਂਡ ਕਿ ਜੇ ਤੁਸੀਂ ਘਰ ਬਾਏ ਕਰ ਰਹੇ ਹੋ ਮੇਕ ਸ਼ੋਰ ਕਿ ਯੂ ਹੈਵ ਅ 2-year ਪਲਾਨ ਵੀ ਇਹ ਚੀਜ਼ਾਂ ਇੱਦਾਂ ਹੀ ਰਹਿਣੀਆਂ ਕਿਹੜੀ ਚੀਜ਼ਾਂ ਲਾਈਕ ਪੇਮੈਂਟ ਹਾਂਜੀ ਤੁਹਾਡੇ ਐਕਸਪੈਂਸਿਸ ਹਾਂਜੀ ਸੋ ਯੂ ਆਰ ਕੰਫਰਟੇਬਲ ਸੈਕੰਡਲੀ ਕਿ ਕੁਝ ਚੇਂਜ ਨਹੀਂ ਹੋਣਾ ਬਿਕਾਜ਼ ਵੀ ਡੋਂਟ ਨੋ ਕਿ ਵਨ ਰੇਟਸ ਆਰ ਗੋਇੰ ਟੂ ਚੇਂਜ ਟੂ ਅ ਪੁਆਇੰਟ ਕਿ ਤੁਹਾਡਾ ਘਰ ਰੀਫਾਈਨੈਂਸ ਹੋ ਜਾਵੇ ਤੁਹਾਡੀ ਪੇਮੈਂਟ ਥੱਲੇ ਚੱਲ ਜਾਵੇ ਤੁਹਾਡੇ ਘਰ ਦੀ ਵੈਲਿਊ ਤੇ ਚੱਲ ਜਾਵੇ ਤੁਹਾਡੀ ਮੋਰਗੇਜ ਇੰਸ਼ੋਰੈਂਸ ਰਿਮੂਵ ਹੋ ਜਾਵੇ ਸੋ 2-year ਪਲਾਨ ਰੱਖੋ ਵੀ ਇਹ 2 ਸਾਲ ਚੀਜ਼ਾਂ ਚੇਂਜ ਨਹੀਂ ਹੋਣੀਆਂ ਸੋ ਬੇਸਿਕਲੀ ਤੁਸੀਂ ਸੋਚੋ ਜੇ ਤੁਸੀਂ ਅੱਜ ਘਰ ਲੈਣਾ ਤੁਸੀਂ ਐਕਸਪੈਕਟ ਕਰੋ ਆ ਜਿਹੜੇ ਅਗਲੇ 2 ਸਾਲ ਆ ਜਿੰਨੀ ਪੇਮੈਂਟ ਹੈਗੀ ਹੈ ਤੁਸੀਂ ਅਫੋਰਡ ਕਰੋ ਅਫੋਰਡ ਕਰ ਸਕਦੇ ਹੋ ਸੋਚ ਕੇ ਜਿਹੜੇ ਐਕਸਟਰਾ ਐਕਸਪੈਂਸਿਸ ਹੈ ਘਰ ਦੇ ਪਾਣੀ ਬਿਜਲੀ ਦਾ ਬਿੱਲ so one of the questions ਕਈ ਜਣੇ ਪੁੱਛਦੇ like ਜਿਹੜੇ struggle ਕਰਦੇ with savings right I get a lot of messages about how do we save more money it's tough like you have any advice for that you know it's hard to say because ਹਰ ਇੱਕ ਬੰਦੇ ਦੀ situation different ਹੈ the biggest thing I would say ਕਿ ਤੁਸੀਂ write down your expenses most ਲੋਕਾਂ ਨੂੰ ਅੰਦਾਜ਼ਾ ਹੁੰਦਾ ਪਰ ਪਤਾ ਨਹੀਂ ਹੁੰਦਾ ਵੀ ਸਾਡੇ ਟੋਟਲ ਐਕਸਪੈਂਸਿਸ ਕੀ ਆ ਫੋਰ ਐਗਜ਼ਾਮਪਲ ਆਪਾਂ ਭੁੱਲ ਜਾਂਦੇ ਹਾਂ ਯੂਟਿਲਿਟੀਜ਼ ਬਾਰੇ ਹੁਣ ਕੀ ਆ ਵੀ ਯੂਟਿਲਿਟੀਜ਼ ਅੱਗੇ ਬਿਜਲੀ ਦਾ ਬਿੱਲ ਹੁੰਦਾ ਸੀ $100 ਹੁਣ 300-400 ਦੀ ਗੱਲ ਕਰੋ I know it's crazy ਗੈਸ ਬਿੱਲ ਗਰੋਸਰੀ ਬਿੱਲ HOA ਅੱਗੇ ਤਾਂ ਹੁੰਦੀ ਨਹੀਂ ਸੀ ਹੁਣ $100 ਤਾਂ ਆਮ ਹੀ ਆ minimum ਮਹੀਨੇ ਦੀ minimum ਇਹ ਹੁਣ ਨਵੇਂ ਘਰ ਸਾਰੇ 150-175 ਦੇ ਸ਼ੁਰੂ ਹੁੰਦੇ ਆ right $100 ਤੁਹਾਡਾ ਇੰਟਰਨੈਟ ਹੋ ਗਿਆ ਪਲੱਸ ਹਰ ਇੱਕ ਬੰਦੇ ਕੋਲ 4-5 ਸਟਰੀਮਿੰਗ ਸਰਵਿਸਿਜ਼ ਆ ਹਰ ਇੱਕ ਸਰਵਿਸ $20 ਦੀ ਆ $100 ਉਹ ਹੋ ਗਿਆ ਤੁਹਾਡਾ ਸੋ little things add up write it down once you write it down ਤੁਸੀਂ ਛੋਟੇ ਗੋਲ ਸੈੱਟ ਕਰੋ ਜ਼ਰੂਰੀ ਨਹੀਂ ਵੀ ਵੱਡੀ ਛਾਲ ਮਾਰਨੀ ਆ ਬੇਬੀ ਸਟੈਪਸ ਛੋਟੇ ਗੋਲ ਸੈੱਟ ਕਰੋ ਵੀ ਇਹ ਮਹੀਨੇ ਮੈਂ ਇੰਨੇ ਪੈਸੇ ਜੋੜਨੇ ਆ ਐਂਡ ਡੂ ਇਟ ਸਲੋਲੀ ਐਂਡ also depend ਕਰਦਾ ਤੁਹਾਡੀ ਜੌਬ ਕਿਹੜੀ ਆ start a 401k start a IRA ਛੋਟੀ ਚੀਜ਼ਾਂ ਮੈਟਰ ਕਰਦੀਆਂ so what's one of the questions so ਇੱਕ question ਇਹ ਵੀ ਹਮੇਸ਼ਾ ਆਉਂਦਾ ਅਸੀਂ equity ਕੱਢ ਕੇ ਘਰ ਲੈਣਾ ਆ ਪਰ ਇਹਦੇ ਵਿੱਚ ਜੇ ਤੁਸੀਂ ਥੋੜੀ ਐਡਵਾਈਸ ਦੇ ਸਕਦੇ ਹੁਣ ਜਦੋਂ ਤੁਸੀਂ equity ਕੱਢਣੀ you need to have income ਬਿਲਕੁਲ ਰਾਈਟ ਤੇ ਜੇ ਹੁਣ ਲੈਟਸ ਸੇ ਕਿਸੇ ਨੇ equity ਕੱਢ ਕੇ ਘਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਖਰੀਦਣੀ ਆ ਉਹ ਐਗਜ਼ਾਮਪਲ ਕਿੱਦਾਂ ਚੱਲੂਗਾ ਉਹਨਾਂ ਨੇ ਆਪਣੀ ਇਨਕਮ ਸ਼ੋ ਕਰਨੀ ਆ ਤੇ ਜਿਹੜੀ equity ਕੱਢੀ is it now ਕਰਜ਼ਾ is it debt is it going to count against them ਉਹ ਕਿੱਦਾਂ ਸਿਨੈਰੀਓ ਚੱਲਦਾ ਆ so there's 2 ways to get equity ਜੇ for example ਕਿਸੇ ਕੋ ਘਰ ਹੈਗਾ ਜਿਹਦੇ ਵਿੱਚ equity ਹੈਗੀ ਆ there's 2 ways to do it ਜੇ ਤਾਂ ਉਹਨਾਂ ਦਾ ਇੰਟਰਸਟ ਰੇਟ ਵਧੀਆ ਫਿਰ ਉਹਨੂੰ ਛੇੜਨ ਦੀ ਲੋੜ ਨਹੀਂ we can do home equity line of credit home equity line of credit is ਵੀ ਜੇ ਤੁਹਾਡੇ ਘਰ ਦੀ ਵੈਲਿਊ ਹੈਗੀ ਆ $1 million right ਤੁਹਾਡੇ ਘਰ ਤੇ ਲੋਨ ਹੈਗਾ 500,000 ਉਹ ਤੁਹਾਨੂੰ 8 ਲੱਖ ਤੱਕ ਦਾ ਲੋਨ ਦੇ ਸਕਦੇ ਆ ਸੋ 8 ਲੱਖ ਮਾਈਨਸ $500,000 ਲੋਨ ਜਿਹੜਾ ਤੁਹਾਡੇ ਘਰ ਤੇ ਆ $3 ਲੱਖ ਦੀ equity ਤੁਹਾਨੂੰ ਮਿਲ ਸਕਦੀ ਆ ਗਿਵਨ ਕਿ ਤੁਹਾਡੀ ਇਨਕਮ ਹੈਗੀ ਆ ਵਰਸਟ ਕੇਸ ਸਿਨੈਰੀਓ ਜੇ ਤੁਹਾਡਾ ਘਰ ਪੇਡ ਆਫ ਹੈ ਤੇ ਤੁਸੀਂ ਕੁਝ ਘਰ ਬਾਏ ਕਰਨਾ ਚਾਹੁੰਦੇ ਹੋ ਕੈਸ਼
ਕੰਪੈਰੀਟਿਵ ਮਾਰਕੀਟ ਹੈ, ਤੁਸੀਂ ਕੈਸ਼ ਆਊਟ ਰੀਫਾਈਨੈਂਸ ਕਰ ਸਕਦੇ ਹੋ। ਓਕੇ, ਸੋ ਕੈਸ਼ ਆਊਟ ਰੀਫਾਈਨੈਂਸ ਦੇ ਵਿੱਚ ਜਿੱਦਾਂ ਵੀ ਉਹ ਸੇਮ, ਜੇ ਤੁਹਾਡਾ ਘਰ ਦੀ ਵੈਲਿਊ ਮਿਲੀ ਹੈ ਨਾ, ਤੁਹਾਨੂੰ $8 ਲੱਖ ਕੈਸ਼ ਮਿਲ ਜਾਊਗਾ ਕਲੋਜ਼ਿੰਗ ਤੇ। ਓਕੇ, ਗਿਵਨ ਕਿ ਤੁਹਾਡੀ ਜੌਬ ਸਿਚੁਏਸ਼ਨ, ਇਨਕਮ, ਕ੍ਰੈਡਿਟ ਸਭ ਸਹੀ ਹੈ। ਬੇਸਿਕਲੀ ਸਾਰਾ ਕੁਝ ਲੋਨ ਜਿੱਦਾਂ ਤੁਸੀਂ ਰੈਗੂਲਰ ਲੋਨ ਲੈਣਾ, ਸਾਰੇ ਡਾਕੂਮੈਂਟਸ ਚਾਹੀਦੇ ਆ, ਇਨਕਮ ਵੈਰੀਫਿਕੇਸ਼ਨ ਚਾਹੀਦੀ ਹੈ, ਸਾਰਾ ਕੁਝ ਕਹਿਣ ਦਾ ਭਾਵ ਕਿ ਐਕੁਇਟੀ ਦਾ ਫਾਇਦਾ ਤਾਂ ਆ ਜੇ ਤੁਹਾਡੀ ਪੇਪਰਾਂ ਤੇ ਇਨਕਮ ਹੈਗੀ ਆ। ਐਕੁਇਟੀ ਤਾਂ ਹੀ ਮਿਲਣੀ ਆ, ਨਹੀਂ ਤਾਂ ਐਕੁਇਟੀ ਬਸ ਨਾਂ ਦੀ ਆ। no, that's absolutely true। ਕਰਕੇ ਇਸ਼ੂ ਤੁਸੀਂ ਕਹਿੰਦੇ ਬਹੁਤ ਆਉਂਦਾ, ਕਈ ਜਾਣੇ ਜਿਨ੍ਹਾਂ ਨੇ ਘਰ ਕਾਫੀ ਸਾਲ ਪਹਿਲਾਂ ਲਿਓ ਜਾਂ ਬਹੁਤ ਪੁਰਾਣੇ, ਪਰ ਉਹਨਾਂ ਦੀ ਇਨਕਮ ਬਹੁਤ ਘੱਟ ਆ, ਤੇ ਕਹਿੰਦੇ ਚਲੋ ਅਸੀਂ ਐਕੁਇਟੀ ਕੱਢਦੇ ਹਾਂ, ਪਰ ਉਹ ਹੁੰਦਾ ਨਹੀਂ, ਰਾਈਟ। ਬਟ ਸੈਕੰਡਲੀ, ਜੇ ਤੁਹਾਡੇ ਕੋਲ ਇਨਕਮ ਘੱਟ ਹੈ ਜਾਂ ਇੱਕ ਪੇਪਰਸ ਤੇ ਇਨਕਮ ਨਹੀਂ ਹੈਗੀ, ਤੁਸੀਂ ਇਨਵੈਸਟਰ ਬਣਨਾ ਚਾਹੁੰਦੇ ਹੋ, ਤੁਹਾਡੇ ਕੋਲ ਆਲਰੇਡੀ ਹਾਊਸਿੰਗ ਦੀ ਹਿਸਟਰੀ ਹੈਗੀ ਹੈ, ਮੋਰਗੇਜ ਹੈਗੀ ਆ, ਤੁਸੀਂ ਇਨਵੈਸਟਮੈਂਟ ਲੋਨ ਇਹੋ ਜਿਹੇ ਵੀ ਹੈਗੇ ਆ ਜਿਹੜੇ ਸਿਰਫ ਅਪਰੇਜ਼ਲ ਦੇਖਦੇ ਆ ਤੇ ਮਾਰਕੀਟ ਰੈਂਟ ਦੇਖਦੇ ਆ ਵੀ ਘਰ ਕਿਰਾਏ ਤੇ ਕਿੰਨੇ ਦਾ ਚੜੂਗਾ, ਉਹਦੇ ਬੇਸ ਤੇ ਵੀ ਤੁਹਾਨੂੰ ਲੋਨ ਮਿਲ ਜਾਂਦਾ, ਗਿਵਨ ਯੂ ਪੁੱਟ 25% ਡਾਊਨ ਔਰ ਮੋਰ। ਸੋ ਇਟਸ ਨਾਟ ਐਂਡ ਆਫ ਦ ਵਰਲਡ, ਬਟ ਹਰ ਇੱਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ, ਸੋ ਉਹਦੇ ਬੇਸਡ ਔਨ ਦੈਟ ਹਰ ਇੱਕ ਬੰਦੇ ਦਾ ਸੋਲੂਸ਼ਨ ਹੈਗਾ ਆ। ਬਟ ਜਨਰਲ ਰੂਲ ਆਫ ਥੰਬ ਇਜ਼ ਕਿ ਐਕੁਇਟੀ ਨੂੰ ਐਕਸੈਸ ਕਰਨ ਲਈ ਤੁਹਾਨੂੰ ਯੂ ਹੈਵ ਟੂ ਹੈਵ ਗੁੱਡ ਕ੍ਰੈਡਿਟ, ਗੁੱਡ ਇਨਕਮ and stable income. So basically getting everything lined up again. Yeah. What do you say as ਵੇਲੇ ਹੁਣ ਤੁਹਾਡੇ ਬਿਜ਼ਨਸ ਦੇ ਵਿੱਚ ਜੇ ਤੁਸੀਂ ਪਰਸੈਂਟੇਜ ਸ਼ੇਅਰ ਕਰ ਸਕਦੇ, ਕਿੰਨੇ ਪਰਸੈਂਟ ਫਰਸਟ ਟਾਈਮ ਹੋਮ ਬਾਇਰਸ ਆ ਤੇ ਕਿੰਨੇ ਪਰਸੈਂਟ ਤੁਸੀਂ ਕਹੋ ਇਨਵੈਸਟਰਸ ਆ? Right now, I would say ਕਿ 60-40, 60% first time home buyer, 40% investor, because ਦੋਨੋਂ ਦਾ thought process same ਹੈ। ਜੇ ਅੱਜ ਨਹੀਂ ਲਿਆ ਤਾਂ ਕੱਲ ਨੂੰ ਔਖਾ ਹੋਣਾ ਲੈਣ ਨੂੰ। ਪਰ ਕੱਲ ਨੂੰ ਕਾਹਤੇ ਔਖਾ ਹੋਣਾ? ਬਿਕਾਜ਼ ਹਰ ਚੀਜ਼ ਦਾ ਪ੍ਰਾਈਸ ਉੱਤੇ ਜਾਈ ਜਾਂਦੀ ਆ, ਘਟੇ ਤਾਂ ਹੈ ਨਹੀਂ ਘਰਾਂ ਦੇ ਪ੍ਰਾਈਸ, ਰਾਈਟ। ਆਪਾਂ ਕਹਿੰਦੇ ਸੀਗੇ ਵੀ ਮੇਬੀ ਰੇਟਸ ਉੱਤੇ ਚੱਲ ਗਏ ਤਾਂ ਘਰਾਂ ਦੇ ਪ੍ਰਾਈਸ ਘਟ ਜਾਣਗੇ, ਮੇਬੀ ਅ ਲਿਟਲ ਬਿਟ, ਬਟ ਦੇ ਹੈਵਨਟ ਫਾਲਨ ਟੂ ਅ ਪੁਆਇੰਟ ਕਿ ਇੰਟਰਸਟ ਰੇਟਸ ਤਾਂ ਡਬਲ ਹੋ ਗਏ ਆ, ਪਰ ਘਰਾਂ ਦੀਆਂ ਪ੍ਰਾਈਸਾਂ ਤਾਂ ਆਲਮੋਸਟ ਉੱਥੇ ਹੀ ਆ। ਅਗੇਨ ਇਟ ਕਮਸ ਡਾਊਨ ਟੂ ਅਫੋਰਡੇਬਿਲਿਟੀ ਐਂਡ ਮਾਰਕੀਟ, ਰਾਈਟ। ਹੁਣ ਤੁਹਾਨੂੰ ਬ੍ਰੈਂਡ ਨਿਊ ਘਰ ਮਿਲ ਜਾਣਾ ਪਿਆਲਪ ਦੇ ਵਿੱਚ 6-7 ਲੱਖ ਦਾ, ਬਟ ਪ੍ਰੋਬਲਮ ਇਹ ਆ ਵੀ ਤੁਸੀਂ ਰਹਿਣਾ ਚਾਹੁੰਦੇ ਹੋ ਆਬਰਨ ਔਰ ਕੈਂਟ। ਇੱਥੇ ਬ੍ਰੈਂਡ ਨਿਊ ਘਰ ਤੁਸੀਂ ਕੈਂਟ ਦੇ ਵਿੱਚ ਮੇਨ ਵਿਊਜ਼ ਕਿੰਨੇ ਦੇ ਮਿਲੀਅਨ ਪਲੱਸ ਤੇ ਸਟਾਰਟ ਹੁੰਦੇ, 11 to 12। ਸੋ ਕੀਪਿੰਗ ਦੈਟ ਇਨ ਮਾਈਂਡ, ਜਿਹੜੇ ਇਨਵੈਸਟਰ ਆ ਉਹਨਾਂ ਨੂੰ ਇਹ ਆ ਵੀ ਓਕੇ, ਜੇ ਪ੍ਰਾਪਰਟੀ ਸਾਨੂੰ ਸਹੀ ਪ੍ਰਾਈਸ ਤੇ ਮਿਲ ਰਹੀ ਆ, ਅਸੀਂ ਕੱਲ ਨੂੰ ਰੀਫਾਈਨੈਂਸ ਕਰ ਲਾਂਗੇ, ਰੈਂਟਸ ਆਰ ਸਟਿਲ ਹਾਈ। ਸੋ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਵਿੰਗਟਨ, ਕੈਂਟ, ਆਬਰਨ ਤੁਸੀਂ 7 ਲੱਖ ਦਾ ਘਰ ਲੈਂਦੇ ਹੋ ਐਜ਼ ਅ ਇਨਵੈਸਟਮੈਂਟ, ਆਈ ਡਾਊਟ ਕਿ ਤੁਹਾਨੂੰ ਟੈਨੈਂਟ ਲੱਭਣ ਦੇ ਵਿੱਚ ਪ੍ਰੋਬਲਮ ਹੋਊਗੀ। $2,500 ਤੋਂ $3,200 ਦੇ ਵਿੱਚ ਕਿਤੇ ਨਹੀਂ ਗਿਆ। A 4-bedroom house, 2 bathroom, in King County, Covington, Auburn, Kent. ਇਹ ਅੱਜ ਕੱਲ ਗੋਇੰਗ ਰੈਂਟ ਹੈਗਾ ਆ। No, I think ਇਸ ਵੇਲੇ 3-bedroom 1 bath ਜਿਹੜੇ 1000 ਸਕੁਅਰ ਫੁੱਟ ਦੇ ਘਰ ਆ, you know, right around 3,000, 28 to 3,000। ਹੁਣ ਜਿਹੜਾ ਟਿਪੀਕਲ 4-bedroom ਦਾ ਘਰ ਆ, ਜਿਹੜਾ ਬਣਿਆ ਪਿਛਲੇ 10-20 ਸਾਲ ਦਾ ਬਣਿਆ, $3,500 ਦਾ ਚੱਲਦਾ, 3500, ਰਾਈਟ। ਪਰ ਉਹ ਚੜੀ ਜਾਂਦੇ ਆ, ਰਾਈਟ। there's a lot of demand in the rental market, and I think a lot of that has to do with ਲੋਕੀ ਕਹਿੰਦੇ ਯਾਰ unaffordable ਆ, ਅਸੀਂ ਜਿੱਥੇ ਅਸੀਂ ਘਰ ਖਰੀਦਣਾ ਉੱਥੇ ਅਸੀਂ ਨਹੀਂ ਲੈ ਸਕਦੇ, ਤੇ ਜੇ ਅਸੀਂ ਦੂਰ ਚੱਲ ਗਏ ਸਾਡਾ ਕੰਮ ਦੂਰ ਪੈ ਗਿਆ, ਸੋ ਅਸੀਂ ਰੈਂਟ ਹੀ ਕਰ ਲੈਂਦੇ ਹਾਂ, ਵੇਟ ਕਰ ਲੈਂਦੇ ਹਾਂ। ਐਂਡ ਆਈ ਮੀਨ ਫੈਮਲੀਜ਼ ਰੈਂਟ ਕਰਦੀਆਂ, ਪਰ ਈਵਨ ਲਾਟ ਆਫ ਬਿਜ਼ਨਸ ਓਨਰਸ ਜਿਹਨਾਂ ਨਾਲ ਆਪਾਂ ਅੱਜ ਕੱਲ੍ਹ ਗੱਲ ਕਰਦੇ ਹਾਂ, ਬਿਕਾਜ਼ ਅੱਜ ਦੀ ਡੇਟ ਦੇ ਵਿੱਚ ਨੰਬਰ 1 ਪ੍ਰੋਬਲਮ ਹੁੰਦੀ ਜਦੋਂ ਤੁਸੀਂ ਕਿਸੇ ਬਿਜ਼ਨਸ ਓਨਰ ਨਾਲ ਗੱਲ ਕਰਦੇ ਹੋ ਜਿਨ੍ਹਾਂ ਦਾ ਇਨ ਪਰਸਨ ਬਿਜ਼ਨਸ ਆ, ਹੋਟਲ ਹੋ ਗਿਆ, ਗੈਸ ਸਟੇਸ਼ਨ ਹੋ ਗਿਆ, ਇੱਦਾਂ ਦੇ ਬਿਜ਼ਨਸ ਆ ਜਿਹੜੇ, ਰੈਸਟੋਰੈਂਟ ਹੋ ਗਿਆ, ਉਹ ਆਪਣੇ ਇੰਪਲੋਈਜ਼ ਨੂੰ ਇਹੋ ਜਿਹੇ ਬੈਨੀਫਿਟ ਦੇਣਾ ਚਾਹੁੰਦੇ ਵੀ ਉਹ ਜਾਣ ਨਾ ਕਿਤੇ, ਸਾਡਾ ਕੰਮ ਹੋ ਜਾਵੇ। ਸੋ ਈਵਨ ਮੈਨੀ ਬਿਜ਼ਨਸ ਓਨਰਸ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਕੇ ਆਪਣੇ ਇੰਪਲੋਈਜ਼ ਨੂੰ ਰੈਂਟ ਤੇ ਦੇ ਦਿੰਦੇ ਆ, ਵੀ ਉਹਨਾਂ ਨੂੰ ਰਹਿਣ ਨੂੰ ਥਾਂ ਹੋਵੇ ਨੇੜੇ, ਕੰਮ ਦੇ ਨੇੜੇ। ਸੋ ਵੀ ਸੀ ਦੈਟ ਅ ਲਾਟ। ਵੀ ਆਲਸੋ ਸੀ ਜਿਹੜੇ ਆਊਟ ਆਫ ਸਟੇਟ ਲੋਕੀ ਰੀਲੋਕੇਸ਼ਨ ਕੰਪਨੀਜ਼ ਹੁੰਦੀਆਂ, ਆਪਣੇ ਇੰਪਲੋਈਜ਼ ਸੈਂਡ ਕਰਦੇ ਆ ਟੈਂਪਰੇਰੀਲੀ, ਫੋਰ ਐਗਜ਼ਾਮਪਲ ਟਰੈਵਲ ਨਰਸਿਸ ਹੋ ਗਈਆਂ, ਜਿਹੜੇ ਲੋਕੀ ਸਮੌਲ ਕੰਟਰੈਕਟਸ ਤੇ ਆਏ, IT ਵਾਲੇ ਹੋ ਗਏ, ਕੰਸਟਰਕਸ਼ਨ ਵਰਕਰਸ ਹੋ ਗਏ, ਕੰਪਨੀਜ਼ ਉਹਨਾਂ ਲਈ ਘਰ ਰੈਂਟ ਕਰਦੇ ਆ, ਐਂਡ ਉਹ ਰੀਨਿਊ ਕਰਦੇ ਐਵਰੀ 6 months contracts। ਸੋ ਦੈਟ ਮਾਰਕੀਟ ਇਜ਼ ਬਿਗ। ਹੁਣ ਆਪਾਂ ਗੱਲ ਕਰਦੇ ਸੀਗੇ SeaTac 에어ਪੋਰਟ ਦੀ, I mean it's a big airport, and everybody wants to be big employer, and everybody wants to be within 10 miles. So ਆਪਣਾ Des Moines, SeaTac, Kent, Federal Way, ਜੋ ਵੀ ਰੈਂਟ ਤੇ ਚੀਜ਼ ਹੁੰਦੀ ਆ ਚੜ ਜਾਂਦੀ ਆ। So I know ਤੁਸੀਂ ਆਪਣੀ ਇੰਡਸਟਰੀ ਦੇ ਵਿੱਚ ਬਹੁਤ ਚਿਰ ਦੇ ਕੰਮ ਕਰਦੇ ਆ, right? Have you seen a market like this where rates are high but
ਹੁਣ ਤੁਸੀਂ ਦੇਖ ਲਓ 7 ਲੱਖ ਦਾ ਘਰ ਲੱਗਦਾ ਰਾਈਟ, ਹਫ਼ਤੇ ਬਾਅਦ 2-3 ਆਫਰ ਆ ਜਾਂਦੀਆਂ, ਸਪੈਸ਼ਲੀ ਜੇ ਸੋਹਣਾ ਹੋਵੇ, ਵਧੀਆ ਪ੍ਰਾਈਸ ਤੇ ਲਾਇਆ, ਰਾਈਟ? And the rates are still 6.5, but there's still multiple offers. Well, like ਕੀ ਹੁੰਦਾ ਹੈ ਯਾਰ? I mean, I was around 2008, 2012, 15, 16, they kept, but when I talk to older people that are now gone from the industry and ਜਿਹੜੇ retire ਹੋ ਗਏ, I mean, 90s, 80s, ਉਦੋਂ interest rate ਬਹੁਤ high ਸੀਗੇ, 16% ਤੱਕ ਸੀਗੇ, 18% ਵੀ ਸੀਗੇ, but ਉਦੋਂ ਘਰਾਂ ਦੇ price ਘੱਟ ਸੀ, but ਲੋਕਾਂ ਦੀ incomes ਵੀ ਘੱਟ ਸੀ, so people still bought. It goes back to ਕਿ ਜਿਹੜੀ ਘਰ ਇੱਕ ਜ਼ਰੂਰਤ ਹੈ, necessity ਹੈ, so ਨਾ ਚਾਹੁੰਦੇ ਹੋਏ ਵੀ ਤੁਹਾਨੂੰ ਘਰ ਬਾਏ ਕਰਨਾ ਪੈਂਦਾ. I don't know about other cultures, but ਆਪਣੇ 'ਚ ਤਾਂ ਇੱਦਾਂ ਹੁੰਦਾ ਐਟਲੀਸਟ ਵੀ ਸਾਨੂੰ ਘਰ ਚਾਹੀਦਾ, your family grows, ਸਾਨੂੰ ਘਰ ਚਾਹੀਦਾ, ਸਾਨੂੰ good area ਚਾਹੀਦਾ, good school district ਚਾਹੀਦਾ. That's the American dream. American dream. You come, all the immigrants from all over the world, ਇੱਥੇ ਆਉਂਦੇ ਅਮਰੀਕਾ ਕੰਮ ਕਰਕੇ, ਮਿਹਨਤ ਕਰਕੇ, ਤੇ American dream ਕੀ ਹੈ? ਤੁਸੀਂ ਆਪਣਾ ਘਰ ਲਓ, right? So I think ਬਹੁਤ ਜਾਣਿਆਂ ਦਾ ਹੱਲੇ ਵੀ ਗੋਲ ਹੈਗਾ ਆ. ਸੋ ਜਿਨ੍ਹਾਂ ਦਾ ਗੋਲ ਹੈਗਾ ਇਸ ਵੇਲੇ, ਰਾਈਟ, ਉਹਨਾਂ ਨੇ ਆਪਣਾ ਪਹਿਲਾ ਘਰ ਲੈਣਾ, ਐਂਡ ਉਹ ਸੋਚਦੇ ਆ ਲਾਈਕ ਇਟਸ ਅਨਅਫੋਰਡੇਬਲ, ਵੀ ਡੋਨਟ ਨੋ ਵਾਟਸ ਗੋਇੰਗ ਔਨ. ਉਹ ਥੋੜ੍ਹਾ ਤੁਸੀਂ ਕਹੋ ਕਨਫਿਊਜ਼ ਹੋਏ ਹੋ ਆ. ਬਿਲਕੁਲ. ਜੇ ਤੁਸੀਂ ਉਹਨਾਂ ਨੂੰ ਥੋੜ੍ਹੀ ਬਹੁਤੀ ਗਾਈਡੈਂਸ ਦੇ ਸਕਦੇ ਆ, ਰਾਈਟ, what would it be? ਲਾਈਕ ਜੇ ਹੁਣ ਤੁਹਾਡਾ ਕੋਈ ਫਰੈਂਡ ਆ, ਸੋ ਕਹਿੰਦਾ ਅਮਨਦੀਪ ਯਾਰ ਮੈਂ ਘਰ ਲੈਣਾ, ਪਰ ਆਈ ਡੋਨਟ ਨੋ ਇਫ ਆਈ ਸ਼ੁਡ ਬਾਈ ਨਾਓ, ਪੈਸੇ ਮੇਰੇ ਤੋਂ ਹੈਗੇ ਆ, ਤੇ ਮੈਂ ਡਾਊਨ ਪੇਮੈਂਟ ਵੀ 10% ਦੇ ਸਕਦਾ ਆ, ਲਾਈਕ ਤੁਸੀਂ ਕੀ ਕਹੋਗੇ ਉਹਨੂੰ? ਸਭ ਤੋਂ ਪਹਿਲਾ ਕੁਐਸਚਨ ਉਹਨਾਂ ਦਾ ਇਹ ਆ ਕਿ ਤੁਸੀਂ ਹੁਣ ਜੇ ਰੈਂਟ ਤੇ, ਤੁਹਾਡਾ ਰੈਂਟ ਕਿੰਨਾ, ਹਾਂਜੀ, ਤੇ ਜਿਹੜਾ ਰੈਂਟ ਤੁਸੀਂ ਦੇ ਰਹੇ ਹੋ, ਹਾਊ ਡਜ਼ ਇਟ ਅਫੈਕਟ ਯੂ ਫਾਈਨੈਂਸ਼ੀਅਲੀ? ਓਕੇ, ਸੋ ਜੇ ਤੁਹਾਡਾ ਰੈਂਟ $2,000 ਅਪਾਰਟਮੈਂਟ ਦਾ, ਤਾਂ ਤੁਸੀਂ ਘਰ ਲੈਣਾ ਜਿਹਦੀ ਪੇਮੈਂਟ ਆ 4,000, ਹਾਂਜੀ, ਹਾਊ ਇਜ਼ ਦੈਟ ਗੋਇੰਗ ਟੂ ਚੇਂਜ ਯੂਰ ਫਾਈਨੈਂਸ਼ੀਅਲ ਪਿਕਚਰ? ਹਾਂ, ਸੋ ਜੇ ਤੁਸੀਂ $2,000 ਰੈਂਟ ਦੇ ਕੇ ਵੀ ਪਿੱਛੇ ਤੁਹਾਡੇ ਕੋਲ ਪੂਰਾ ਸੂਰਾ ਪੈਸੇ ਆ, ਇਨਕਮ ਤੋਂ ਬਚਦੇ ਨਹੀਂ, ਫਿਰ ਤੁਹਾਨੂੰ ਰੈਂਟ ਤੇ ਰਹਿਣਾ ਚਾਹੀਦਾ. ਬਟ ਜੇ ਤੁਹਾਡਾ ਰੈਂਟ $2,000 ਆ ਤੇ ਤੁਹਾਡੇ ਘਰ 'ਚ 2-3 ਕੰਮ ਕਰਨ ਵਾਲੇ ਆ, ਤਾਂ ਤੁਸੀਂ $2,000-3,000 every month save ਕਰ ਰਹੇ ਹੋ, then it makes sense that you should get into a house, right? Because you will survive and you will adapt and ਆਪਣੀ saving strategy change ਕਰ ਲਓਗੇ ਜਦੋਂ ਘਰ ਲੈ ਲਿਆ, ਤੁਹਾਡੇ ਖਰਚੇ ਵੱਧ ਗਏ. Secondly, number 1 advice ਹੈ ਵੀ ਤੁਸੀਂ ਲੋਕਾਂ ਵੱਲ ਨਾ ਦੇਖੋ, ਆਪਣੀ ਸਿਚੁਏਸ਼ਨ ਦੇਖੋ. ਬਿਲਕੁਲ, that's a good point. Yes, ਸਲਾਹ ਉਸ ਬੰਦੇ ਤੋਂ ਲਓ ਜਿਹਦਾ ਕੰਮ ਹੈ. ਹਾਂਜੀ, ਤੁਸੀਂ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ, ਆਪਣੀ ਫੈਮਿਲੀ ਨਾਲ ਗੱਲ ਕਰੋ, ਆਪਣੇ ਰੀਅਲਟਰ ਨਾਲ ਗੱਲ ਕਰੋ, ਆਪਣੇ ਲੋਨ ਆਫਿਸਰ ਨਾਲ ਗੱਲ ਕਰੋ, ਪਲੱਸ ਬਿਗ ਪਿਕਚਰ ਦੇਖੋ ਵੀ ਜੇ ਤੁਸੀਂ 12 months times $4,000 ਮੋਰਗੇਜ ਪੇਮੈਂਟ ਦੇ ਰਹੇ ਹੋ, ਹਾਂਜੀ, ਹਾਊ ਡਜ਼ ਦੈਟ ਅਫੈਕਟ ਕਿ ਤੁਹਾਡਾ ਲੌਂਗ ਟਰਮ ਪਲਾਨ ਕੀ ਹੈ? ਕਈ ਲੋਕਾਂ ਦਾ ਪਲਾਨ ਹੁੰਦਾ ਵੀ ਅਸੀਂ ਅਗਲੇ ਸਾਲ ਨਵੀਂ ਗੱਡੀ ਲੈਣੀ ਹੈ, ਅਸੀਂ ਘਰ 'ਚ ਵਿਆਹ ਰੱਖਿਆ, ਵੀ ਹੈਵ ਫੈਮਿਲੀ ਮੂਵਿੰਗ ਇਨ, ਔਰ ਵੀ ਹੈਵ ਲਾਟ ਆਫ ਪੀਪਲ, ਜਿਹੜੇ ਯੰਗ ਕਪਲ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਸਾਡੇ ਇਨ-ਲॉज ਆ ਰਹੇ ਆ, ਇੰਡੀਆ ਤੋਂ ਆ ਰਹੇ ਆ, ਦੇ ਆਰ ਗੋਇੰ ਟੂ ਮੂਵ ਇਨ ਵਿਦ ਅਸ, ਹਾਊ ਇਜ਼ ਦੈਟ ਗੋਇੰ ਟੂ ਅਫੈਕਟ ਯੂ, ਰਾਈਟ? and this is pertaining to our community ਕਿਉਂਕਿ ਆਪਣੀ ਸਿਚੁਏਸ਼ਨ ਥੋੜੀ ਲੋਕਾਂ ਨਾਲੋਂ ਡਿਫਰੈਂਟ ਆ. Also, the good thing is that usually we see multi-generational households. Parents ਵੀ ਹੈਗੇ ਆ, ਆਪਣੇ son-in-law, daughter-in-law ਵੀ ਹੈਗੇ ਆ, and sometimes ਚਾਰੋਂ ਕੰਮ ਕਰਦੇ ਆ. So in that situation, ਜੇ ਤੁਸੀਂ ਆਪਣਾ money pool together ਕਰਨਾ, buy a nice house. You can afford it. You can afford it. ਤੁਹਾਡੇ ਕੋਲ 4 ਬੰਦੇ ਕੰਮ ਕਰਨ ਲਈ. ਹੁਣ ਇਹੋ ਜਿਹੀ ਸਿਚੁਏਸ਼ਨ ਵੀ ਹੈ ਜਿੱਥੇ husband wife ਆ, 2 ਨਿਆਣੇ ਆ, ਇਕੱਲਾ husband ਕੰਮ ਕਰਦਾ ਆ. So in that scenario, I would say ਕਿ ਤੁਸੀਂ ਡਾਊਨ ਪੇਮੈਂਟ ਇਹੋ ਜਿਹੀ ਰੱਖੋ ਵੀ ਪਿੱਛੋਂ ਖਾਲੀ ਨਾ ਹੋ ਜਾਵੋ. ਸੈਕੰਡਲੀ, ਪੇਮੈਂਟ ਇਹੋ ਜਿਹੀ ਰੱਖੋ ਵੀ ਕੱਲ ਨੂੰ ਤੁਹਾਡਾ ਕੰਮ ਸਲੋ ਹੋ ਜਾਵੇ ਜਾਂ ਮਹੀਨਾ ਕੰਮ ਛੁੱਟ ਜਾਵੇ, ਇਹ ਨਾ ਹੋਵੇ ਵੀ ਤੁਸੀਂ 3 ਮਹੀਨੇ ਪਿੱਛੇ ਪੈ ਜਾਓ. ਐਂਡ ਆਈ ਥਿੰਕ ਦਿਸ ਇਜ਼ ਦ ਐਡਵਾਈਸ ਜਿਹੜੀ ਸਾਰਿਆਂ ਨੂੰ ਚਾਹੀਦੀ ਵੀ ਆ, ਰਾਈਟ? ਕਰਕੇ ਕਈ ਟਾਈਮ ਲੋਕੀ ਰਸ਼ 'ਚ ਹੋ ਕੇ ਖੁਸ਼ ਹੋ ਕੇ ਘਰ ਦੇਖ ਲਿਆ, ਲੈ ਲਿਆ ਲੋਨ, ਛੇਤੀ ਛੇਤੀ ਕਰਾ ਦਿਓ, ਤੇ ਬਾਅਦ 'ਚ ਲੋਨ ਲੈ ਲੈਂਦੇ, ਰੇਟ ਮਹਿੰਗਾ, ਘਰ ਦੀ ਕਿਸ਼ਤ ਮਹਿੰਗੀ, ਐਂਡ ਦੈਨ ਇਟਸ ਅ ਸਟਰਗਲ. ਦੂਜੀ ਗੱਲ, ਗੱਡੀਆਂ ਤੋਂ ਦੂਰ ਰਹੋ, ਵੱਡੀਆਂ ਪੇਮੈਂਟਾਂ ਤੋਂ ਦੂਰ ਰਹੋ, ਜਿਹੜੀ ਤੁਹਾਨੂੰ ਹਿੰਡਰ ਕਰੂਗੀ. ਪਹਿਲੇ ਘਰ ਲਵੋ, ਉਸ ਤੋਂ ਬਾਅਦ ਤੁਸੀਂ ਆਪਣੀ ਲਗਜ਼ਰੀਜ਼ ਦੇਖੋ ਲਾਈਫ ਦੇ ਵਿੱਚ. ਬਿਕਾਜ਼ ਮੈਨੀ ਟਾਈਮਸ ਕਹਿਣ ਨੂੰ ਆਪਾਂ ਕਹਿੰਦੇ ਹਾਂ $1,00,000 ਬਹੁਤ ਇਨਕਮ ਹੁੰਦੀ ਆ. ਹੁਣ ਜੇ ਤੁਸੀਂ $1,00,000 ਤੁਹਾਡੀ ਇਨਕਮ ਹੈ ਪੇਪਰਾਂ 'ਤੇ ਜਾਂ W2 'ਤੇ, ਤੇ ਤੁਸੀਂ $1,000 ਦੀ ਪੇਮੈਂਟ ਵਾਲੀ ਗੱਡੀ ਲੈ ਲਈ, ਤੁਹਾਡੀ ਬਾਇੰਗ ਪਾਵਰ ਆਲਮੋਸਟ $1,00,000 ਘੱਟ ਜਾਣੀ ਆ. ਸੋ ਜਿਹੜਾ ਜੇ ਤੁਸੀਂ 7 ਲੱਖ ਦਾ ਘਰ ਲੈਣ ਲੱਗੇ ਸੀ, ਹੁਣ ਤੁਹਾਨੂੰ 6 ਦਾ ਹੀ ਮਿਲਣਾ, 6 ਤੋਂ ਵੀ ਘੱਟ, 6 ਤੋਂ ਵੀ ਘੱਟ, ਪਲੱਸ ਨਾਲ ਜਿਹੜੀ 4,000 ਦੀ ਪੇਮੈਂਟ ਪਲੱਸ $1,000 ਪੇਮੈਂਟ ਗੱਡੀ ਦੀ, ਤੁਸੀਂ ਫਸ ਜਾਣਾ. ਸੋ ਹੌਲੀ ਹੌਲੀ ਬੇਬੀ ਸਟੈਪਸ,
ਪਹਿਲੇ ਆਪਣੀ ਜ਼ਰੂਰਤ ਵਾਲੀ ਚੀਜ਼ਾਂ ਬਾਏ ਕਰੋ, ਬੇਅਰ ਨੈਸੈਸਿਟੀਜ਼ ਬਾਏ ਕਰੋ, ਉਸ ਤੋਂ ਬਾਅਦ। What advice would you give someone who's early in their career, graduated college, right? 24-25 ਸਾਲ ਤੋਂ 30-35 ਸਾਲ ਦੀ ਉਹਨਾਂ ਦੀ ਏਜ ਆ, as far as investing in real estate? ਜੇ ਤਾਂ ਤੁਸੀਂ ਆਪਣੇ ਪੇਰੈਂਟਸ ਨਾਲ ਰਹਿੰਦੇ ਹੋ, ਬੈਸਟ ਐਡਵਾਈਸ ਇਹੀ ਆ ਵੀ ਤੁਸੀਂ ਮਲਟੀ ਫੈਮਿਲੀ ਘਰ ਲਵੋ। Okay. ਡੂਪਲੈਕਸ ਲਵੋ, 4plex ਲਵੋ, 5% 10% ਡਾਊਨ ਦੇ ਕੇ ਇੱਕ ਯੂਨਿਟ 'ਚ ਆਪ ਰਹੋ, ਬਾਕੀ ਕਿਰਾਏ ਤੇ ਦਿਓ, and become an investor. And that would be the best way. Plus ਤੁਹਾਡੀ ਜਿਹੜੀ ਮੋਰਗੇਜ ਆ, almost half or more will be covered by the rent coming in. ਹਾਂਜੀ। And ਤੁਸੀਂ ਪੇਪਰਾਂ ਤੇ ਇਨਵੈਸਟਰ ਵੀ ਬਣ ਗਏ, plus you still get your primary residence too. Once you do that, why? Let me ask that. ਕਾਹਤੇ ਕਰਨਾ ਚਾਹੀਦਾ at a young age to start learning about investing? ਉਹਦੇ 'ਚ ਕੀ ਆ ਵੀ ਇੱਕ ਤਾਂ ਤੁਹਾਡਾ ਰਿਸਕ ਘੱਟ ਹੈ, ਤੁਸੀਂ ਯੰਗ ਹੋ, you can learn from your mistakes, or if it quickly ਤੁਹਾਨੂੰ ਪਤਾ ਲੱਗ ਜਾਣਾ ਸਾਲ ਦੇ ਵਿੱਚ ਵੀ if it's for you or not. ਕਈ ਲੋਕੀ ਲੱਕੀ ਹੁੰਦੇ ਆ ਵੀ ਉਹਨੂੰ ਟੈਨੈਂਟਸ ਵਧੀਆ ਮਿਲ ਜਾਂਦੇ ਆ, ਤੁਸੀਂ ਯੰਗ ਹੋ, ਤੁਹਾਡੇ 'ਚ ਐਨਰਜੀ ਹੈਗੀ ਹੈ, ਤੁਸੀਂ ਆਪ ਮੈਨੇਜ ਕਰ ਸਕਦੇ ਹੋ, ਤੁਸੀਂ ਆਪ ਐਡਸ ਪਾ ਸਕਦੇ ਹੋ, ਆਪ ਆਪਣੇ ਟੈਨੈਂਟਸ ਤੇ ਚੈੱਕ ਕਰ ਸਕਦੇ ਹੋ। ਹਾਂਜੀ। Plus if it works out, let's say you're 25, by the time you're 30 you should have another one. Right? ਕਿਉਂਕਿ ਹੁਣ ਤੁਸੀਂ ਪੇਪਰਾਂ ਤੇ ਇੰਸਟੀਟਿਊਸ਼ਨਲ ਇਨਵੈਸਟਰ ਬਣ ਗਏ ਹੋ, ਤੁਹਾਡਾ ਐਕਸਪੀਰੀਅੰਸ ਹੋ ਗਿਆ। Banks like that. And secondly, when you're doing it at that young age, let's just say ਕਿ ਤੁਹਾਡਾ 2-3 ਮਹੀਨੇ ਕਿਰਾਏ ਤੇ ਨਹੀਂ ਚੜਿਆ, ਹਾਂਜੀ, and you're scrambling to make your payments, you'll still have family to support you and help you. Right? So ਜਿਹੜੇ 2-3 ਮਹੀਨੇ ਤੁਸੀਂ ਪਿੱਛੇ ਪੈਣਾ, ਉਹ ਤੁਹਾਡੀ ਹੈਲਪ ਹੋ ਜਾਣੀ। ਠੀਕ ਹੈ। But at the same time, end of the day, once you have that house, let's say ਕਿ ਤੁਸੀਂ 5 ਸਾਲ ਕੁਝ ਨਹੀਂ ਕੀਤਾ, 25 ਸਾਲ ਦੀ ਉਮਰ 'ਚ ਤੁਸੀਂ ਡੂਪਲੈਕਸ ਲੈ ਲਿਆ, let's say 700,000 ਦਾ ਡੂਪਲੈਕਸ ਲੈ ਲਿਆ, ਇੱਕ 'ਚ ਆਪ ਰਹਿ ਰਹੇ ਹੋ, ਇੱਕ ਰੈਂਟ ਤੇ ਦਿੱਤਾ, ਹਾਂਜੀ, and let's say your mortgage payment is $4,000, $2,000 ਤੁਹਾਨੂੰ ਦੂਜੀ ਯੂਨਿਟ ਤੋਂ ਰੈਂਟ ਆ ਰਿਹਾ, 2,000 ਤੁਸੀਂ ਆਪ ਦੇ ਰਹੇ ਹੋ। Okay, so 3 years from now, 5 years from now, you have enough equity in that place, ਉਹਦੇ 'ਚ ਤੁਸੀਂ ਆਪਣੀ equity line ਲਵੋ, 20% ਦੀ ਇੱਕ ਹੋਰ property buy ਕਰ ਲਓ। I think it's good, like you said, ਜੋ ਤੁਸੀਂ early start ਹੁੰਦੇ ਆ, ਜੋ ਤੁਸੀਂ ਕੋਈ ਗਲਤੀ ਕਰਦੇ ਆ, it doesn't hurt you as much. No, it doesn't hurt you as much. ਦੁੱਖ ਤਾਂ ਲੱਗਦਾ, ਪਰ ਫਿਰ ਵੀ ਤੁਸੀਂ, you're young, your energy, you're making money, you're in your career, you're like, all right, I can learn from it. And especially ਜੇ ਤੁਸੀਂ ਇਸ ਲਾਈਨ ਦੇ ਵਿੱਚ ਪੈਣਾ, right, investing in real estate, right, ਸਾਡੀ community ਦੀ ਜਿਹੜੀ wealth ਆ, ਵੱਡੇ families ਦੀ, a lot of it was created in real estate. So if you start at a young age, you're 20, 25 years old, and you start purchasing property and learning about it, by the time, I always look at, by the time you're 40, 50, you've learned the game, you have properties that are paid off, you have passive income coming in, and you're able to do things on your time. Right? But I think a lot of people, one thing I hear is like, hey, I'm going to save for 5-10 years before I invest. And, the Warren Buffett, the quote is, it's the time in the market, not timing the market. Right? It's the longevity, right? I mean, to that point, it's not for everybody. ਹੁਣ I know people ਦੂਜੀ ਸਟੇਟਾਂ ਦੇ ਵਿੱਚ ਜਿੱਥੇ ਘਰ ਸਸਤੇ ਆ, ਬਟ ਜਿਹੜੇ ਬਾਇਰ ਉਹਨਾਂ ਦੀ ਏਜ ਹੈਗੀ 40, 50 years old, ਜੇ ਕਿ ਉਹਨਾਂ ਕੋਲ ਟਾਈਮ ਘੱਟ ਹੈ, ਫੁੱਲ ਟਾਈਮ ਜੌਬ ਹੈ, ਉਹ ਆਪ ਨਹੀਂ ਮੈਨੇਜ ਕਰ ਸਕਦੇ। ਬਟ ਕਈ ਵਾਰੀ ਇੱਦਾਂ ਹੁੰਦਾ ਵੀ ਉਹਨਾਂ ਨੂੰ ਟੈਨੈਂਟ ਮਾੜੇ ਮਿਲ ਗਏ ਜਿਨ੍ਹਾਂ ਨੇ ਘਰ ਡਿਸਟਰੋਏ ਕਰਤਾ, ਸੋ ਉਹਨਾਂ ਕੋਲ 3 ਘਰ ਸੀਗੇ, ਉਹ ਤਿੰਨੋਂ ਘਰ ਵੇਚ ਕੇ ਕੰਨਾਂ ਨੂੰ ਹੱਥ ਲਾ ਲਏ, ਕਦੀ ਨਹੀਂ ਅਸੀਂ ਮੁੜ ਕੇ ਘਰ ਲੈਣਾ। ਤੁਹਾਨੂੰ ਕਦੀ ਬੈਡ ਟੈਨੈਂਟਸ ਮਿਲੇ? ਹਾਂਜੀ, ਜ਼ਰੂਰ। ਤੁਸੀਂ ਸਟੋਰੀ ਦੱਸ ਸਕਦੇ ਕੋਈ ਬੈਡ ਟੈਨੈਂਟ ਦੀ? ਸਟੋਰੀ ਮੇਰੀ ਪਰਸਨਲ ਨਹੀਂ ਹੈਗੀ, ਬਟ ਆਈ ਨੋ ਫਰੈਂਡਸ ਜਿਨ੍ਹਾਂ ਦੇ ਉਹਨਾਂ ਨੇ ਘਰ ਬਾਏ ਕੀਤਾ, ਐਂਡ ਅਸੀਂ ਕਿਹਾ ਵੀ ਤੁਹਾਡਾ ਘਰ ਜਿਹੜਾ ਤੁਹਾਡੇ ਕੋਲ ਡੂਪਲੈਕਸ ਹੈ, ਉਹਦਾ ਲੀਸ ਦਿਓ। ਉਹ ਕਹਿੰਦੇ ਲੀਸ ਤਾਂ ਹੈ ਨਹੀਂ, ਕਿਰਾਏਦਾਰ ਨੇ ਕਿਰਾਇਆ ਨਹੀਂ ਦਿੱਤਾ, 12 ਮਹੀਨੇ ਹੋ ਗਏ, ਤੇ ਜੇ ਅਸੀਂ ਅੱਗੇ ਪੁੱਛਣ ਜਾਂਦੇ ਹਾਂ ਸਾਨੂੰ ਵੱਢਣ ਨੂੰ ਪੈਂਦਾ। ਪਰ ਉਹ ਕਹਿੰਦੇ ਕਿਰਾਏਦਾਰ ਨੂੰ ਇਹ ਵੀ ਪਤਾ ਵੀ ਮੇਰੇ ਕੋਲ ਰਾਈਟਸ ਆ, ਮੈਂ ਸਕੁਆਟਰ ਇੱਥੇ ਬੈਠਾ, ਮੈਨੂੰ ਕੋਈ ਕੱਢ ਨਹੀਂ ਸਕਦਾ। ਸੋ ਹੁਣ ਕੀ ਹੈ ਵੀ ਤੁਹਾਡੇ ਕੋਲ 1.5 ਸਾਲ ਹੋ ਗਿਆ ਪ੍ਰੋਪਰਟੀ, ਤੁਸੀਂ ਮੋਰਗੇਜ ਦੇ ਰਹੇ ਹੋ, ਪਰ ਉੱਥੇ ਕੋਈ ਬੈਠਾ ਜਿਹੜਾ ਨਿਕਲਣ ਦਾ ਨਾਂ ਨਹੀਂ ਲੈ ਰਿਹਾ। ਸੋ ਇੱਦਾਂ ਦੀ ਸਿਚੁਏਸ਼ਨਸ ਹੈਗੀਆਂ। ਔਰ ਈਵਨ ਫਰੈਂਡ ਆਫ ਮਾਈਨ, ਉਹਨਾਂ ਕੋਲ ਡੂਪਲੈਕਸ ਸੀਗਾ, ਐਂਡ ਜਦੋਂ ਉਹਨਾਂ ਨੇ ਇਵਿਕਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਅਗਲੇ ਨੇ ਗੁੱਸਾ ਕਰਕੇ ਉਹਨਾਂ ਦਾ ਸਾਰਾ ਘਰ ਡਿਸਟਰੋਏ ਕਰਤਾ ਅੰਦਰੋਂ। ਸੋ ਆਈ ਮੀਨ
yes, you can mitigate this risk. ਇਹਨੂੰ ਰਿਸਕ ਨੂੰ ਘਟਾਉਣ ਲਈ ਪ੍ਰਾਪਰਟੀ ਮੈਨੇਜਮੈਂਟ ਕੰਪਨੀਆਂ ਹੈਗੀਆਂ, ਜੇ ਤੁਸੀਂ ਆਪ ਨਹੀਂ ਕਰਨਾ ਉਹ ਲੈਂਦੀਆਂ ਆਪਣਾ 10-15% ਫੀਸ ਲੈਂਦੀਆਂ, ਬਟ ਯੂ ਕੈਨ ਡੂ ਯੂਰ ਡੂ ਡਿਲੀਜੈਂਸ, ਤੁਸੀਂ ਰਿਸਰਚ ਕਰ ਸਕਦੇ ਹੋ। ਕਈ ਕੰਪਨੀਜ਼ ਇਹੋ ਜਿਹੀਆਂ ਵੀ ਹਰ ਮਹੀਨੇ ਇੰਸਪੈਕਸ਼ਨ ਵਿਜ਼ਿਟ ਕਰਦੀਆਂ, ਉਹ ਮੇਕ ਸ਼ੋਰ ਕਰਦੇ ਆ ਵੀ ਤੁਹਾਡੇ ਟੈਨੈਂਟਸ ਔਨ ਟਾਈਮ ਰੈਂਟ ਦੇ ਰਹੇ ਆ, ਉਹ ਬੈਕਗਰਾਊਂਡ ਚੈੱਕ ਕਰਦੇ ਆ, ਸਾਰਾ ਕੁਛ ਚੈੱਕ, ਉਹਨਾਂ ਦੀ ਰੈਂਟਿੰਗ ਹਿਸਟਰੀ ਚੈੱਕ ਕਰਦੇ ਆ, ਉਹ ਕਾਲ ਵੀ ਕਰਦੇ ਆ ਡਿਫਰੈਂਟ ਜਿੱਥੇ ਉਹ ਅਪਾਰਟਮੈਂਟ 'ਚ ਰਹੇ ਆ, ਲੈਂਡਲੋਰਡ ਕੋਲ ਰਹੇ ਆ, ਉਹਨਾਂ ਦੀ ਹਿਸਟਰੀ ਚੈੱਕ ਕਰਦੇ ਆ। ਸੋ ਇਟਸ luck of the draw ਵੀ ਆਪਾਂ ਕਹਿ ਨਹੀਂ ਸਕਦੇ, but it's a risk worth taking every time. Absolutely. I think there's ਹਰੇਕ ਜਿਹੜੀ ਗਲਤੀ ਹੁੰਦੀ ਉਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲਦਾ। ਬਿਲਕੁਲ ਰਾਈਟ। ਹੁਣ even with my tenants I've had some bad tenants, and ਕਈ ਟਾਈਮ ਜਦੋਂ ਸਿਚੁਏਸ਼ਨ ਸਟ੍ਰੈਸ ਚੱਲਦੀ ਜੀ ਕਰਦਾ ਅਸੀਂ ਇਹ ਗੇਮ 'ਚ ਪੈਣਾ ਹੀ ਨਹੀਂ, ਪਰ ਜਦੋਂ ਤੁਸੀਂ ਨਿਕਲ ਜਾਂਦੇ ਤੁਸੀਂ ਸਿੱਖ ਸਕਦੇ ਹੋ। ਦੈਨ ਨੈਕਸਟ ਜਿਹੜਾ ਟੈਨੈਂਟ ਆਉਂਦਾ ਤੁਹਾਨੂੰ ਪਤਾ ਕਿਹੜੇ ਕੁਐਸਚਨ ਅਸੀਂ ਪੁੱਛਣੇ, ਕਿਹੜੇ ਡਾਕੂਮੈਂਟਸ ਅਸੀਂ ਦੇਖਣੇ, ਇਹਨਾਂ ਦਾ EMPLOYER ਵੈਰੀਫਿਕੇਸ਼ਨ ਕਰਨਾ, ਉਹ ਸਾਰੀਆਂ ਚੀਜ਼ਾਂ ਫਿਰ ਹੌਲੀ ਹੌਲੀ ਸਿੱਖ ਸਕਦੇ। ਰਾਈਟ। ਐਟ ਦ ਐਂਡ ਆਫ ਦ ਡੇ ਆਈ ਥਿੰਕ it's all a learning game, right? ਤਾਂ ਹੁਣ ਕਈ ਜਾਣੇ ਹੈਗੇ ਆ, they have a lot of tenants and everything, they have a management company, things are running smooth, but they went through those things, they didn't give up. They just kept going. And if we come to wrapping it up, what are your thoughts for this year in the mortgage side and the housing side, especially I think King County, ਸਾਡੇ Seattle area ਦੇ ਵਿੱਚ ਤੁਹਾਡਾ ਕੀ prediction ਹੈ ਹਾਲੇ 2025 ਦੇ ਵਿੱਚ? I know my prediction is still the same as last year. Things will keep moving. ਥੋੜਾ ਜਿਹਾ we will see slight ਕੁਛ ਚੀਜ਼ਾਂ ਸਲੋ ਹੋਣਗੀਆਂ, ਬਟ think about this ਕਿ every year Fannie Freddie ਜਿਹੜੀ ਹਾਊਸਿੰਗ ਏਜੰਸੀਜ਼ ਆ ਉਹ ਆਪਣੇ ਲੋਨ ਲਿਮਿਟਸ ਚੇਂਜ ਕਰਦੀਆਂ। ਸੋ ਦਿਸ ਈਅਰ January 1st ਉਹਨਾਂ ਨੇ ਕਿੰਗ ਕਾਊਂਟੀ, ਪੀਅਰਸ ਕਾਊਂਟੀ, ਸਨੋਹੋਮਿਸ਼ ਕਾਊਂਟੀ ਦੀ ਲੋਨ ਲਿਮਿਟ ਜਿਹੜੀ ਕਨਵੈਨਸ਼ਨ ਲੋਨ ਦੀ ਆ ਉਹ 760 ਤੋਂ 806,000 ਕਰ ਦਿੱਤੀ। ਆਲਮੋਸਟ 40,000 ਵੱਧ ਗਈ ਆ, ਵਧਾਤੀ। ਹਾਈ ਬੈਲੈਂਸ ਲੋਨ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਜੰਬੋ ਤੋਂ ਥੱਲੇ ਹੁੰਦਾ, ਉਹਦੀ 977,000 ਤੋਂ 1,037,000 ਕਰ ਦਿੱਤੀ ਆ। ਸੋ ਜੰਬੋ ਲੋਨ ਹੁਣ ਸਟਾਰਟ ਹੁੰਦਾ ਤਿੰਨੋਂ ਕਾਊਂਟੀਜ਼ ਦੇ ਵਿੱਚ 1,037,000 ਤੇ। ਸੋ ਉਹਨਾਂ ਦੀ ਪ੍ਰੈਡਿਕਸ਼ਨ ਇਹੀ ਆ ਵੀ ਘਰਾਂ ਦੇ ਪ੍ਰਾਈਸ ਵਧਣਗੇ ਐਂਡ ਮੋਰ ਪੀਪਲ ਵਿਲ ਬਾਏ, ਦੈਟਸ ਵਾਈ ਉਹਨਾਂ ਨੇ ਆਪਣੇ ਲੋਨ ਲਿਮਿਟਸ ਵਧਾਤੀਆਂ। ਸੋ ਵਿਦ ਦੈਟ ਬੀਇੰਗ ਸੈਡ, ਜਿਹੜੇ ਏਰੀਆ ਦੇ ਵਿੱਚ ਅਸੀਂ ਬੈਠੇ ਹਾਂ ਇੱਥੇ ਮਾਰਕੀਟ ਹਜੇ ਵੀ ਹੌਟ ਆ ਬਿਕਾਜ਼ ਆਫ ਦ ਜੌਬਸ, ਜਿਓਗ੍ਰਾਫਿਕਲ ਏਰੀਆ। ਬੜੇ ਲੋਕੀ ਆਪਣੇ ਜਿਹਨਾਂ ਨਾਲ ਗੱਲ ਕਰੀ ਦੀ ਆ ਮੂਵ ਹੁੰਦੇ ਇੱਥੇ ਬਿਕਾਜ਼ ਲਾਟ ਆਫ ਪੀਪਲ ਹੈਵ ਰਿਲੇਟਿਵਸ ਇਨ ਕੈਨੇਡਾ। 2 ਘੰਟੇ ਦੀ ਡਰਾਈਵ ਕਰਕੇ ਆਪਾਂ ਉਹਨਾਂ ਨੂੰ ਮਿਲ ਲਾਂਗੇ, ਅਸੀਂ ਇੱਥੇ ਰਹਿਣਾ, ਸਾਡੇ ਰਿਸ਼ਤੇਦਾਰ ਆ ਇੱਥੇ, ਜੌਬ ਸਾਰੀਆਂ ਇੱਥੇ ਆ। I mean, if we were talking about Cleveland, Ohio, then it would be a different story. If we were talking about Sacramento, it would be a different story. Bay Area is different story. ਇੱਥੇ ਕੀ ਆ ਵੀ ਮੂਵਮੈਂਟ ਬਹੁਤ ਜ਼ਿਆਦਾ ਆ, especially lot of new immigrant families. ਹੁਣ ਇੱਥੇ ਆਪਾਂ ਦੇਖਦੇ ਹਾਂ ਵੀ 20 years ago ਯੂਕਰੇਨੀਅਨ ਵੇਵ ਸੀਗੀ, ਬੋਸਨੀਅਨ ਵੇਵ ਸੀਗੀ, ਫਿਰ ਇਰਾਕੀ ਵੇਵ ਸੀ, ਕਰਡਿਸ਼ ਵੇਵ ਸੀ, ਹੁਣ ਅਫਗਾਨੀ ਵੇਵ ਚੱਲ ਰਹੀ ਆ। ਸੋ our geographical market attracts a lot of new people because of immigrants, because ਇੱਥੇ jobs ਆ, 에어ਪੋਰਟ ਆਪਣਾ ਇੱਥੇ, ਸਾਰੀਆਂ ਵੱਡੀਆਂ ਕੰਪਨੀਆਂ ਇੱਥੇ, ਤੁਸੀਂ ਬੋਇੰਗ ਲੈ ਲਓ, ਮਾਈਕਰੋਸਾਫਟ ਲੈ ਲਓ, ਐਮਾਜ਼ਨ ਲੈ ਲਓ। ਸੋ ਜਦੋਂ ਲੋਕੀ ਮੂਵ ਹੋਣ ਬਾਰੇ ਸੋਚਦੇ ਆ ਸਪੈਸ਼ਲੀ ਦੂਜੀ ਕੰਟਰੀ ਤੋਂ, ਉਹ ਕਹਿੰਦੇ ਵੀ ਸਾਨੂੰ ਇਹੋ ਜਿਹੀ ਥਾਂ ਦੱਸੋ ਵੀ ਜਿੱਥੇ ਕੰਮ ਵੀ ਮਿਲ ਜਾਵੇ ਤਾਂ ਸਾਡੇ ਰਿਸ਼ਤੇਦਾਰ ਵੀ ਲਾਗੇ ਹੋਣ। ਸੋ ਵਾਸ਼ਿੰਗਟਨ ਸਟੇਟ ਇਜ਼ ਵਨ ਆਫ them. No, I appreciate that. Anything else ਤੁਸੀਂ share ਕਰਨਾ ਚਾਹੁੰਦੇ with anybody, or we got it all covered? ਮੇਰੀ ਇੱਕੋ ਸਲਾਹ ਆ, stay informed, read, and ਜਿਹੜਾ ਬੰਦਾ ਜਿਹੜੇ ਕੰਮ ਦਾ ਐਕਸਪਰਟ ਆ ਉਹ ਤੋਂ ਐਡਵਾਈਸ ਲਓ। ਐਂਡ ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਕਿਸੇ ਲਈ ਕੰਮ ਕਰਦੀ ਉਹ ਸਾਡੇ ਲਈ ਕਰੂਗੀ, ਵਾਈਸ ਵਰਸਾ। ਐਂਡ ਆਪਣੀ ਰਿਸਰਚ ਕਰੋ, ask questions, and then make a decision. Awesome. Well, thank you so much. Thank you. ਸਾਰਿਆਂ ਨੂੰ thank you, and we will wrap up the show.